ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦੀ ਜਿਹੜੀ ਕਿਤਾਬ ਆ ਆਦਿ ਬੀੜ ਬਾਰੇ, ਉਹਨੂੰ ਲੜੀਵਾਰ ਪੜ੍ਹਨਾ ਜਿਹੜਾ ਵੀ ਉਹ ਸ਼ੁਰੂ ਕੀਤਾ ਹੋਇਆ ਹੈ। ਵੀ ਉਹਦੇ ਵਿੱਚ ਜਿਹੜੀ ਜਾਣਕਾਰੀ ਉਹ ਗੁਰੂ ਗ੍ਰੰਥ ਸਾਹਿਬ ਬਾਰੇ ਦੇ ਰਹੇ ਨੇ ਉਹ ਸਾਡੇ ਸਾਰਿਆਂ ਲਈ ਬਹੁਤ ਵਡਮੁੱਲੀ ਆ। ਵੀ ਖਾਸ ਤੌਰ ਦੇ ਉੱਤੇ ਵੀ ਜਿਹੜੀਆਂ ਗਲਤ ਮਨੌਤਾਂ ਜਿਹੜੀਆਂ ਆ ਵੀ ਦੁਸ਼ਮਣ ਧਿਰ ਜਿਹੜੀ ਆ ਵੀ ਉਹ ਸਿੱਖਾਂ ਦੇ ਵਿੱਚ, ਖਾਸ ਤੌਰ 'ਤੇ ਸਿੱਖ ਨੌਜਵਾਨਾਂ ਦੇ ਵਿੱਚ ਜੀ ਵੀ ਜਿਹਨੂੰ ਫੈਲਾ ਰਹੀ ਆ ਜੀ, ਉਹਦਾ ਮੂੰਹ ਤੋੜ ਜਵਾਬ ਜਿਹੜਾ ਆ ਉਹ ਇਸ ਕਿਤਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਦਿੱਤਾ ਹੋਇਆ। ਅਤੇ ਜਿਵੇਂ ਉਦਾਹਰਨ ਦੇ ਵਜੋਂ ਆਪਾਂ ਲੈ ਲਈਏ ਵੀ ਜਿਹੜੀ ਕਹਾਣੀ ਸਿੱਖਾਂ ਦੇ ਵਿੱਚ ਬਹੁਤ ਪਰਚਾਈ ਗਈ ਜੀ ਵੀ ਜਦੋਂ ਗੁਰੂ ਅਰਜਨ ਪਾਤਸ਼ਾਹ ਨੇ ਆਦਿ ਬੀੜ ਜਿਹੜੀ ਆ ਵੀ ਉਹ ਤਿਆਰ ਕੀਤੀ ਜੀ, ਅਤੇ ਉਹਦੇ ਲਈ ਜੀ ਵੀ ਜਿਹੜੀਆਂ ਪੋਥੀਆਂ ਸੀਗੀਆਂ ਬਾਣੀ ਦੀਆਂ ਉਹ ਬਾਬਾ ਮੋਹਨ ਨੇ ਕੋਲੋਂ ਲਈਆਂ ਅਤੇ ਫਿਰ ਇਹ ਵੀ ਜਿਹੜੀ ਆਦਿ ਬੀੜ ਆ ਵੀ ਉਹ ਤਿਆਰ ਹੋਈ ਆ। ਹੁਣ ਉਹ ਆਪਣੇ ਆਪ ਦੇ ਵਿੱਚ ਹੀ ਤੁਸੀਂ ਥੋੜ੍ਹਾ ਜਿਹਾ ਨਾ ਜੇ ਇਹਦੇ ਤੱਥਾਂ ਵੱਲ ਨੂੰ ਧਿਆਨ ਦਿਓ ਅਤੇ ਤਰਕ ਲਾ ਕੇ ਵੇਖੋ ਅਤੇ ਉਹ ਹਾਸੋਹੀਣੀ ਜਿਹੀ ਗੱਲ ਲੱਗਦੀ ਆ। ਭਈ ਜਦੋਂ ਆਪਾਂ ਖਾਸ ਤੌਰ 'ਤੇ ਇਸ ਨੁਕਤੇ ਨੂੰ ਵਿਚਾਰਦੇ ਹਾਂ ਵੀ ਗੁਰਿਆਈ ਦੇ ਵਿੱਚ ਸਿਵਾਏ ਬਾਣੀ ਤੋਂ ਹੋਰ ਕੋਈ ਜਾਇਦਾਦ ਜਿਹੜੀ ਆ ਵੀ ਉਹ ਦਿੱਤੀ ਨਹੀਂ ਜਾ ਰਹੀ। ਬਿਲਕੁਲ। ਭਈ ਜੇ ਆਪਾਂ ਕਹੀਏ ਵੀ ਗੁਰਗੱਦੀ ਜਿਹੜੀ ਆ ਵੀ ਉਹ ਇੱਕ ਖਾਸ ਜਗ੍ਹਾ ਸੀਗੀ ਅਤੇ ਉਹ ਤਾਂ ਉਦੋਂ ਹੀ ਖ਼ਤਮ ਹੋ ਜਾਂਦੀ ਆ ਗੱਲ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਭਾਈ ਲਹਿਣੇ ਨੂੰ ਗੁਰੂ ਅੰਗਦ ਥਾਪਦੇ ਆ ਜੀ, ਅਤੇ ਗੁਰੂ ਅੰਗਦ ਪਾਤਸ਼ਾਹ ਫਿਰ ਖਡੂਰ ਸਾਹਿਬ ਜਾ ਕੇ ਆਪਣਾ ਜਿਹੜਾ ਉਹਨਾਂ ਦਾ ਜੱਦੀ ਘਰ ਆ ਵੀ ਉੱਥੇ ਹੀ ਰਹਿੰਦੇ ਆ। ਉਹ ਕਰਤਾਰਪੁਰ ਜਿਹੜਾ ਗੁਰੂ ਨਾਨਕ ਦਾ ਵਸਾਇਆ ਹੋਇਆ ਆ ਵੀ ਉੱਥੇ ਤਾਂ ਰਹਿੰਦੇ ਨਹੀਂ ਉਹ। ਬਿਲਕੁਲ। ਸੋ ਉੱਦਾਂ ਹੀ ਜਦੋਂ ਫਿਰ ਵੀ ਗੁਰੂ ਅੰਗਦ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਥਾਪਦੇ ਆ ਗੁਰੂ, ਅਤੇ ਉਸ ਵੇਲੇ ਉਹ ਗੋਇੰਦਵਾਲ ਸਾਹਿਬ ਜਾ ਕੇ ਰਹਿੰਦੇ ਆ। ਬਿਲਕੁਲ। ਤੀਜੇ ਪਾਤਸ਼ਾਹ ਜਦੋਂ ਚੌਥੇ ਪਾਤਸ਼ਾਹ ਨੂੰ ਥਾਪਦੇ ਆ ਅਤੇ ਚੌਥੇ ਪਾਤਸ਼ਾਹ ਅੰਮ੍ਰਿਤਸਰ ਜਾ ਕੇ ਰਹਿੰਦੇ ਆ ਜੀ। ਸੋ ਇੱਦਾਂ ਹੀ ਮਤਲਬ ਵੀ ਜਦੋਂ ਤੁਸੀਂ ਕੰਟੀਨਿਊ ਕਰਦੇ ਆ ਤਾਂ ਉਹ ਗੱਲ ਕਲੀਅਰ ਹੋ ਜਾਂਦੀ ਆ ਵੀ ਜਾਇਦਾਦ ਜਿਹੜੀ ਉਹਦਾ ਗੁਰਿਆਈ ਦੇ ਨਾਲ ਕੋਈ ਸੰਬੰਧ ਹੈ ਨਹੀਂ ਗਾ। ਬਿਲਕੁਲ। ਗੁਰਿਆਈ ਦਾ ਸੰਬੰਧ ਜਿਹੜਾ ਆ ਉਹ ਸ਼ਬਦ ਗੁਰੂ ਜਿਹੜਾ ਉਹਦੇ ਨਾਲ ਹੀ ਰਿਹਾ ਹਮੇਸ਼ਾ ਜੀ। ਅਤੇ ਉਹ ਪਹਿਲੇ ਪਾਤਸ਼ਾਹ ਨੇ ਜਦੋਂ ਕਰ ਦਿੱਤਾ ਵੀ ਵੀ ਸ਼ਬਦ ਗੁਰੂ ਸੁਰਤ ਧੁਨ ਚੇਲਾ, ਅਤੇ ਉੱਥੋਂ ਹੀ ਗੱਲ ਜਿਹੜੀ ਆ ਵੀ ਉਹ ਕਲੀਅਰ ਹੋ ਜਾਂਦੀ ਆ। ਜਿਹਨੂੰ ਫਿਰ ਜਦੋਂ ਆਦਿ ਬੀੜ ਦਾ ਜਿਹੜਾ ਆ ਵੀ ਉਹ ਰੂਪ ਦਿੰਦੇ ਨੇ ਪੂਰੀ ਬਾਣੀ ਨੂੰ ਪੰਜਵੇਂ ਪਾਤਸ਼ਾਹ 'ਤੇ ਜਦੋਂ ਪਹਿਲਾ ਪ੍ਰਕਾਸ਼ ਹੁੰਦਾ ਆ ਜੀ, ਉਸ ਵੇਲੇ ਜਦੋਂ ਵੀ ਜਿਹੜੀ ਬੀੜ ਆ ਉਹ ਉਚੇਰੀ ਜਗ੍ਹਾ ਦੇ ਉੱਤੇ ਰੱਖੀ ਜਾਂਦੀ ਆ ਅਤੇ ਪੰਜਵੇਂ ਪਾਤਸ਼ਾਹ ਆਪ ਬਾਕੀ ਸੰਗਤ ਦੇ ਨਾਲ ਨੀਵੇਂ ਪੱਧਰ ਦੇ ਉੱਤੇ ਬਹਿੰਦੇ ਨੇ ਵੀ ਜਿਹਦੇ ਨਾਲ ਵੀ ਇਹ ਵੀ ਗੱਲ ਜਿਹੜੀ ਆ ਵੀ ਉਹ ਫੇਰ ਦੁਬਾਰਾ ਇੱਕ ਵਾਰੀ ਪੱਕਿਆਂ ਕਰ ਦਿੰਦੇ ਆ ਵੀ ਜਿਹੜਾ ਅਸਲ ਗੁਰੂ ਆ ਉਹ ਸ਼ਬਦ ਗੁਰੂ ਆ ਜੀ। ਅਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਜਦੋਂ ਤੁਸੀਂ ਵਿਚਾਰਦੇ ਆ ਅਤੇ ਜੋੜਦੇ ਆ ਆਪਸ ਦੇ ਵਿੱਚ, ਉੱਥੋਂ ਜਿਹੜੀ ਇਹ ਕਹਾਣੀ ਆ ਬਾਬਾ ਮੋਹਨ ਨਾਲ ਜਿਹੜੀ ਜੋੜੀ ਗਈ ਉਹ ਸਾਰੀ ਦੀ ਸਾਰੀ ਜਿਹੜੀ ਆ ਵੀ ਉਹ ਕਲੀਅਰ ਹੋ ਜਾਂਦਾ ਵੀ ਦੁਸ਼ਮਣ ਦੇ ਹਮਲਿਆਂ ਦਾ ਹਿੱਸਾ ਆ ਵੀ ਉਹਦਾ ਸੱਚਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਅਤੇ ਉਹੋ ਜਿਹੀਆਂ ਜਿਹੜੀਆਂ ਗਲਤ ਪ੍ਰਚਾਰੀਆਂ ਗਈਆਂ ਕਹਾਣੀਆਂ ਜਿਹੜੀਆਂ ਉਹਨਾਂ ਦਾ ਜਵਾਬ ਜਿਹੜਾ ਆ ਪ੍ਰੋਫੈਸਰ ਸਾਹਿਬ ਸਿੰਘ ਹੁਣੀ ਇਸ ਕਿਤਾਬ ਦੇ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਦਿੰਦੇ ਆ ਜੀ। ਅਤੇ ਉਹਦੇ ਵਿੱਚ ਆਪਾਂ ਹੁਣ ਜੇ ਗਾਂਹ ਪੜ੍ਹੀਏ ਜੀ, ਅਤੇ ਜਿਹੜਾ ਸੈਕਿੰਡ ਚੈਪਟਰ ਹੈ ਭਾਜੀ ਉਹਦਾ ਸਿਰਲੇਖ ਇਸ ਤਰ੍ਹਾਂ ਹੈ ਕਿ ਇਤਿਹਾਸਕ ਗਵਾਹੀ ਦੀ ਪਰਖ। ਠੀਕ ਹੈ ਜੀ। ਅਤੇ ਇਸ ਉੱਪਰ ਲਿਖੀ ਸਾਰੀ ਇਤਿਹਾਸਕ ਗਵਾਹੀ ਨੂੰ ਪਰਖਣ ਲਈ ਅਸਾਂ 3 ਕਿਸਮ ਦੀ ਕਸੌਟੀ ਵਰਤਣੀ ਹੈ। ਉੱਪਰ ਲਿਖੀ ਇਤਿਹਾਸਕ ਗਵਾਹੀ ਤੋਂ ਭਾਵ ਉਹਨਾਂ ਦਾ ਜਿਹੜੇ ਆਪਾਂ ਪਿਛਲੀ ਵਾਰ ਪੜ੍ਹੇ ਸੀਗੇ ਜਿਹੜਾ ਬਾਬਾ ਮੋਹਨ ਵਾਲਾ ਜਿਹੜਾ ਚੈਪਟਰ ਹੈ ਸਾਰਾ, ਯਾਨੀ ਕਿ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਵੀ ਕਿਹੜੀ ਚੀਜ਼ ਨੂੰ ਰੈਫਰ ਕੀਤਾ ਜਾ ਰਿਹਾ, ਉਹ ਪਿਛਲੇ ਜਿਹੜੇ ਪ੍ਰੋਗਰਾਮ ਨੇ 2 ਪ੍ਰੋਗਰਾਮ ਹੋ ਚੁੱਕੇ ਜੀ, ਉਹ ਜ਼ਰੂਰ ਸੁਣ ਲੈਣ ਅਤੇ ਉਹਨਾਂ ਨੂੰ ਫਿਰ ਸਮਝ ਲੱਗ ਜਾਊ ਵੀ ਲੜੀ ਕਿੱਥੇ ਜੁੜਦੀ ਹੈ। ਬਿਲਕੁਲ ਜੀ। ਅਤੇ ਪਹਿਲੀ ਕਸੌਟੀ ਉਹ ਦਿੰਦੇ ਹਨ ਦਲੀਲ ਦੀ, ਅਤੇ ਦੂਜੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚੋਂ ਸਾਖੀਆਂ, ਤੀਜੀ ਸਾਹਿਤਕ ਦ੍ਰਿਸ਼ਟੀਕੋਣ ਤੋਂ ਗੁਰਬਾਣੀ ਦਾ ਆਪਸ ਵਿੱਚ ਟਾਕਰਾ। ਯਾਨੀ ਕਿ ਉਹ ਮੈਥਡੋਲੋਜੀ ਜਿਹੜੀ ਆਪਣੀ ਆ ਵੀ ਉਹਨੂੰ ਹੁਣ ਉਹ ਚੰਗੀ ਤਰ੍ਹਾਂ ਖੋਲ੍ਹ ਕੇ ਉਹਨਾਂ ਨੇ ਰੱਖ ਦਿੱਤਾ ਵੀ 3 ਜਿਹੜੇ ਪੈਮਾਨੇ ਨੇ ਬਿਲਕੁਲ ਉਹ ਉਹਨਾਂ ਨੇ ਲਾਏ ਆ ਵੀ ਕੋਈ ਵੀ ਜਿਹੜੀ ਕਹਾਣੀ ਆ ਵੀ ਜਿਹੜੀ ਪਰਚਾਈ ਗਈ ਆ ਵੀ ਪ੍ਰਚਾਰੀ ਗਈ ਸਿੱਖਾਂ ਦੇ ਵਿੱਚ, ਅਤੇ ਉਹਨੂੰ ਵੀ ਜੇ ਤੁਸੀਂ ਕਹਿ ਲਓ ਵੀ ਜੱਜ ਕਰਨਾ ਆ ਜੀ, ਅਤੇ ਆਹ ਪੈਮਾਨੇ ਨੇ ਵੀ ਜਿਨ੍ਹਾਂ ਦੇ ਅਗੇਂਸਟ ਤੁਸੀਂ ਵੀ ਇਹ ਜੱਜ ਕਰ ਸਕਦੇ ਆ ਵੀ ਕੀ ਇਹ ਸਹੀ ਕਹਾਣੀ ਆ ਜਾਂ ਗਲਤ ਆ। ਬਿਲਕੁਲ ਜੀ। ਔਰ ਉਹ ਆਈ ਆ ਵੀ ਪਹਿਲੀ ਦਲੀਲ ਅਤੇ ਤਰਕ ਜਿਹੜਾ ਆ ਵੀ ਉਹ ਲਾਉਣਾ। ਦੂਜਾ ਜਿਹੜਾ ਆ ਵੀ ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਨਾਲ ਸੰਬੰਧਿਤ ਸਾਖੀਆਂ ਨੇ ਉਹਨਾਂ ਦੇ ਵਿੱਚੋਂ ਵੀ ਜਿਹਨੂੰ ਅੰਗਰੇਜ਼ੀ 'ਚ ਕਰੋਬੋਰੇਸ਼ਨ ਕਹਿੰਦੇ ਆ ਜੀ, ਵੀ ਉਹ ਦੇਖਣੀ ਵੀ ਕੀ ਇਹ ਜਿਹੜਾ ਆ ਵੀ ਉਹ ਹੁੰਦਾ ਕਿ ਨਹੀਂ ਹੁੰਦਾ, ਵੀ ਸਹੀ ਸਾਬਤ ਹੁੰਦਾ ਕਿ ਗਲਤ ਸਾਬਤ ਹੁੰਦਾ ਹੈ।
ਤੇ ਤੀਜਾ ਜਿਹੜਾ ਆ ਵੀ ਉਹ ਗੁਰਬਾਣੀ ਜਿਹੜੀ ਆ ਵੀ ਉਹਦਾ ਜਿਹੜਾ ਦ੍ਰਿਸ਼ਟੀਕੋਣ ਆ ਤੇ ਜਿਹੜਾ ਸਾਰਾ ਕੁਝ ਮਤਲਬ ਵੀ ਵਰਲਡ ਵਿਊ ਸਿੱਖਾਂ ਦਾ ਵੀ ਉਹਦੇ ਵਿੱਚ ਵੀ ਇਹ ਜਿਹੜੀ ਕਹਾਣੀ ਆ ਵੀ ਇਹਨੂੰ ਸਹੀ ਕਿਹਾ ਜਾ ਸਕਦਾ ਕਿ ਨਹੀਂ। ਬਿਲਕੁਲ ਵੀ ਜਿਵੇਂ ਇਸੇ ਚੀਜ਼ ਦੀ ਆਪਾਂ ਉਦਾਹਰਨ ਲੈ ਲਈਏ ਵੀ ਜਿਹੜੀ ਭਾਈ ਬੰਨੋ ਵਾਲੀ ਬੀੜ ਆ ਜੀ, ਉਹਦੇ ਵਿੱਚ ਜਿਹੜਾ ਸ਼ਬਦ ਲਿਖਿਆ ਗਿਆ ਵੀ 6ਵੇਂ ਪਾਤਸ਼ਾਹ ਦਾ ਮੁੰਡਨ ਕਰਵਾਇਆ ਗਿਆ ਤੇ ਮੁੰਡਨ ਵੇਲੇ ਫਿਰ ਆਹ ਸ਼ਬਦ ਉਚਾਰਿਆ ਜੀ। ਹੁਣ ਕੋਈ ਵੀ ਜਿਹੜਾ ਸਿੱਖੀ ਦੀ ਥੋੜੀ ਬਹੁਤੀ ਵੀ ਸਮਝ ਰੱਖਦਾ ਆ ਉਹਨੂੰ ਸਾਫ਼ ਪਤਾ ਲੱਗ ਜਾਣਾ ਵੀ ਘੁਸਪੈਠ ਆ। ਬਿਲਕੁਲ ਵੀ ਕਿਉਂਕਿ ਜਿਹੜਾ ਸਿੱਖਾਂ ਦਾ ਵਰਲਡ ਵਿਊ ਆ ਵੀ ਜਿਸ ਹਿਸਾਬ ਨਾਲ ਸਿੱਖ ਦੁਨੀਆ ਨੂੰ ਵੇਖਦੇ ਆ ਤੇ ਉਹਦੇ ਵਿੱਚ ਇਹ ਚੀਜ਼ ਜਿਹੜੀ ਆ ਵੀ ਉਹ ਮੰਨੀ ਨਹੀਂ ਜਾ ਸਕਦੀ ਵੀ ਇੱਕ ਸਿੱਖ ਜੀ ਆਪਣੇ ਬੱਚੇ ਦਾ ਵੀ ਮੁੰਡਨ ਕਰਵਾਊਗਾ। ਬਿਲਕੁਲ ਤੇ ਇਸ ਚੀਜ਼ ਨੂੰ 5ਵੇਂ ਪਾਤਸ਼ਾਹ ਤੇ 6ਵੇਂ ਪਾਤਸ਼ਾਹ ਦੇ ਨਾਲ ਜੋੜਨਾ ਬਿਲਕੁਲ ਉਹ ਸਿਵਾਏ ਦੁਸ਼ਮਣ ਦੇ ਹਮਲੇ ਤੋਂ ਹੋਰ ਕੁਝ ਹੋ ਹੀ ਨਹੀਂ ਸਕਦਾ। ਸੋ ਇਸ ਕਰਕੇ ਵੀ ਇਹ ਤਿੰਨੇ ਜਿਹੜੇ ਸਟੈਪ ਨੇ ਵੀ ਉਹ ਕਹਿੰਦੇ ਵੀ ਜੇ ਤਿੰਨਾਂ ਸਟੈਪਾਂ ਦੇ ਉੱਤੇ ਕੋਈ ਕਹਾਣੀ ਜਿਹੜੀ ਆ ਵੀ ਉਹ ਖਰੀ ਉਤਰਦੀ ਆ ਫਿਰ ਉਹਨੂੰ ਮੰਨ ਲਓ ਵੀ ਹਾਂ ਠੀਕ ਆ ਠੀਕ ਹੋਣੀ। ਬਿਲਕੁਲ ਜੇ ਇੱਕ ਵੀ ਸਟੈਪ ਜਿਹੜਾ ਆ ਵੀ ਉਹ ਉਹਨੂੰ ਕਹਿੰਦਾ ਆ ਵੀ ਨਹੀਂ ਤੇ ਉਹਦੇ ਉੱਤੇ ਜਿਹੜਾ ਆ ਵੀ ਸਵਾਲੀਆ ਚਿੰਨ੍ਹ ਲੱਗ ਜਾਂਦਾ ਵੀ ਇਹ ਦੁਸ਼ਮਣ ਦੇ ਹਮਲਿਆਂ ਦਾ ਹਿੱਸਾ ਨੇ। ਬਿਲਕੁਲ ਜੀ। ਤੇ ਅੱਗੇ ਉਹ ਫਿਰ ਵਿਸਥਾਰ ਦੇ ਵਿੱਚ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਦਲੀਲ ਦੀ ਕਸੌਟੀ ਵਰਤ ਕੇ ਵੇਖੀਏ। ਪਹਿਲੀ, ਦੋਹਾਂ ਕਵੀ ਇਤਿਹਾਸਕਾਰਾਂ ਦਾ ਪ੍ਰਸੰਗ ਉੱਕਾ ਹੀ ਅਧੂਰਾ ਹੈ। ਉਹਨਾਂ ਦਾ ਸਾਰਾ ਜ਼ੋਰ ਬਾਬਾ ਮੋਹਨ ਜੀ ਦੀਆਂ 2 ਪੋਥੀਆਂ ਲਿਆਉਣ ਤੇ ਹੀ ਲੱਗ ਗਿਆ, ਪਰ ਉਹਨਾਂ ਪੋਥੀਆਂ ਵਿੱਚ ਬਾਣੀ ਬਹੁਤ ਹੀ ਥੋੜੀ ਹੈ। ਇਹ ਗੱਲ ਤੀਜੇ ਇਤਿਹਾਸਕਾਰ ਨੇ ਲਿਖੀ ਹੈ ਤਾਂ ਫਿਰ ਸਿਰਫ ਇਹਨਾਂ 2 ਪੋਥੀਆਂ ਦੇ ਆਸਰੇ ਇਹਨਾਂ ਤੋਂ ਬਹੁਤ ਵੱਡੇ ਆਕਾਰ ਵਾਲੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਜਾਣੀ ਇੱਕ ਅਸੰਭਵ ਗੱਲ ਹੈ। ਹੁਣ ਇਹ ਜਿਹੜੀ ਗੱਲ ਆ ਵੀ ਇਹ ਬਿਲਕੁਲ ਵੀ ਆਪਾਂ ਜਿੱਦਾਂ ਦੱਸਿਆ ਸੀ ਵੀ ਸਮਾਂ ਕਾਲ ਜਿਹੜਾ ਆ ਜੀ ਵੀ ਗੁਰਬਿਲਾਸ ਪਾਤਸ਼ਾਹੀ 6ਵੀਂ ਦਾ ਤੇ ਕਵੀ ਸੰਤੋਖ ਸਿੰਘ ਦੀਆਂ ਲਿਖਤਾਂ ਦਾ ਜੀ ਤੇ ਗਿਆਨੀ ਗਿਆਨ ਸਿੰਘ ਦੀ ਤਵਾਰੀਖ ਗੁਰੂ ਖਾਲਸਾ ਦਾ ਉਹਦੇ ਵਿੱਚ ਬਹੁਤ ਅੰਤਰ ਆ। ਬਿਲਕੁਲ ਤੇ ਗੁਰਬਿਲਾਸ ਪਾਤਸ਼ਾਹੀ 6ਵੀਂ ਜਿਹੜੀ ਆ ਉਹ ਪਹਿਲਾਂ ਲਿਖੀ ਗਈ, ਉਹ ਤੋਂ ਬਾਅਦ ਕਵੀ ਸੰਤੋਖ ਸਿੰਘ ਦੀ ਲਿਖਤ ਆਈ ਤੇ ਉਹ ਤੋਂ ਬਾਅਦ ਫਿਰ ਗਿਆਨੀ ਗਿਆਨ ਸਿੰਘ ਦੀ ਆਈ। ਤੇ ਹੁਣ ਉਹ ਪ੍ਰੋਫੈਸਰ ਸਾਹਿਬ ਸਿੰਘ ਜਿਹੜੀ ਗੱਲ ਦੱਸਦੇ ਨੇ ਵੀ ਹੁਣ ਇਹ 2 ਜਿਹੜੀਆਂ ਲਿਖਤਾਂ ਪਹਿਲੀਆਂ ਜੀ ਗੁਰਬਿਲਾਸ ਤੇ ਇਹ ਸੂਰਜ ਪ੍ਰਕਾਸ਼ ਜੀ, ਇਹਨਾਂ ਦੋਵਾਂ ਦੇ ਵਿੱਚ ਵੀ ਇਹੀ ਕਹਾਣੀ ਜਿਹੜੀ ਆ ਵੀ ਉਹ ਦਿੱਤੀ ਗਈ ਆ ਵੀ ਜਿਹੜੀ ਆਦ ਬੀੜ ਆ ਵੀ ਉਹ ਬਾਬੇ ਮੋਹਨ ਕੋਲ ਜਿਹੜੀਆਂ ਪੋਥੀਆਂ ਸੀਗੀਆਂ ਵੀ ਉਹਨਾਂ ਕਰਕੇ ਵੀ ਆਦ ਬੀੜ ਜਿਹੜੀ ਆ ਵੀ ਉਹ ਤਿਆਰ ਹੋਈ। ਬਿਲਕੁਲ ਹੁਣ ਉਹ ਪੰਗਾ ਉੱਥੇ ਪੈ ਗਿਆ ਵੀ ਜਿਨ੍ਹਾਂ ਨੂੰ ਜਿੱਦਾਂ ਹੁਣ ਵੀ ਜੇ ਸਾਨੂੰ ਨਹੀਂ ਪਤਾ ਵੀ ਬਾਬਾ ਮੋਹਨ ਵਾਲੀਆਂ ਪੋਥੀਆਂ ਜਿਹੜੀਆਂ ਵੀ ਉਹ ਕੀ ਨੇ ਤੇ ਅਸੀਂ ਮੰਨ ਲਓ ਵੀ ਨਾ ਸਾਨੂੰ ਇਹ ਪਤਾ ਆ ਵੀ ਇਹ ਵੀ ਗੁਰਮਤ ਦੇ ਗੁਰਬਾਣੀ ਦੇ ਵਿੱਚ ਵੀ ਇਹ ਸਾਰਾ ਕੁਝ ਜਿਹੜਾ ਵੀ ਇਤਿਹਾਸ ਸਾਡਾ ਕੀ ਆ। ਬਿਲਕੁਲ ਤੇ ਉਹ ਅਸੀਂ ਯਕੀਨ ਕਰ ਲੈਣਾ ਵੀ ਠੀਕ ਆ ਵੀ ਹੋ ਸਕਦਾ ਵੀ ਇਦਾਂ ਹੀ ਹੋਇਆ ਹੋਵੇ। ਬਿਲਕੁਲ ਤੇ ਜਦੋਂ ਲੋਕਾਂ ਦੇ ਵਿੱਚ ਵੀ ਸਵਾਲ ਉੱਠਣ ਲੱਗ ਪਿਆ ਵੀ ਬਾਬੇ ਮੋਹਨ ਵਾਲੀਆਂ ਪੋਥੀਆਂ ਕੀ ਨੇ ਜੀ ਤੇ ਜਦੋਂ ਉਹਦੀ ਜਾਣਕਾਰੀ ਜਿਹੜੀ ਆ ਵੀ ਜਦੋਂ ਉਹ ਆਲੇ ਦੁਆਲੇ ਘੁੰਮਣ ਲੱਗ ਪਈ ਜੀ ਤੇ ਸਿੱਖਾਂ ਦੇ ਵਿੱਚ ਇੱਕ ਉਹ ਸੈਕਸ਼ਨ ਤਿਆਰ ਹੋ ਗਿਆ ਵੀ ਜਿਹੜਾ ਕਹਿੰਦਾ ਵੀ ਸਵਾਲ ਵੀ ਇਹ ਉੱਠ ਜਾਂਦਾ ਹੁਣ ਵੀ ਜੇ ਬਾਬੇ ਮੋਹਨ ਵਾਲੀਆਂ ਪੋਥੀਆਂ ਦੀ ਇੰਨੀ ਮਹਾਨਤਾ ਆ ਤੇ ਬਾਬੇ ਮੋਹਨ ਵਾਲੀਆਂ ਪੋਥੀਆਂ ਦੇ ਵਿੱਚ ਤੇ ਸਿਰਫ ਇੰਨੀ ਕੁ ਬਾਣੀ ਹੈ। ਬਿਲਕੁਲ ਸੋ ਜਿਹੜੀ ਬਾਕੀ ਦੀ ਬਾਣੀ ਆ ਆਦਿ ਗ੍ਰੰਥ ਦੇ ਵਿੱਚ ਵੀ ਆਦਿ ਬੀੜ ਦੇ ਵਿੱਚ ਵੀ ਉਹ ਕਿੱਦਾਂ ਇਕੱਠੀ ਹੋਈ ਆ। ਸੋ ਉਹ ਫਿਰ ਉਹ ਜਿਹੜਾ ਸਵਾਲ ਆ ਵੀ ਉਹਦਾ ਜਿਹੜੀ ਐਕਸਪਲੇਨੇਸ਼ਨ ਆ ਵੀ ਉਹ ਫਿਰ ਆਪ ਆਪਣੇ ਗਿਆਨੀ ਗਿਆਨ ਸਿੰਘ ਹੁਣੀ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਦਿੰਦੇ ਆ ਜੀ ਵੀ ਜਿਹਦੇ ਵਿੱਚ ਜੇ ਤੁਸੀਂ ਅੱਗੇ ਪੜ੍ਹੋ ਤਾਂ ਉਹ ਦੱਸ ਦਿੰਦੇ ਫਿਰ ਜੀ। ਅੱਗੇ ਉਹੀ ਲਿਖਦੇ ਨੇ ਕਿ ਇਹਨਾਂ 2 ਪੋਥੀਆਂ ਤੋਂ ਇਲਾਵਾ ਬਾਣੀ ਦਾ ਹੋਰ ਸੰਗ੍ਰਹਿ ਵੀ ਜ਼ਰੂਰੀ ਸੀ। ਸ਼ਾਇਦ ਇਹਨਾਂ ਇਤਿਹਾਸਕਾਰਾਂ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਗਿਆਨੀ ਗਿਆਨ ਸਿੰਘ ਨੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਦੇਸ਼ ਦੇਸ਼ਾਂਤਰਾਂ ਵਿੱਚ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਪਹਿਲੇ 4 ਗੁਰੂ ਮਹਿਲਾਂ ਦੀ ਬਾਣੀ ਇਕੱਠੀ ਕੀਤੀ। ਸੋ ਮਤਲਬ ਵੀ ਹੁਣ ਉਹ ਐਜ਼ ਐਕਸਪਲੇਨੇਸ਼ਨ ਵਜੋਂ ਦਿੱਤਾ ਜਾ ਰਿਹਾ ਆ ਵੀ ਹਾਂਜੀ ਠੀਕ ਆ ਵੀ ਬਾਬੇ ਮੋਹਨ ਵਾਲੀਆਂ ਪੋਥੀਆਂ ਦੇ ਵਿੱਚ ਜਿਹੜੀ ਬਾਣੀ ਸੀਗੀ ਇੱਕ ਤੇ ਉਹ ਇਕੱਠੀ ਹੋ ਗਈ ਜੀ ਤੇ ਜਿਹੜੀ ਬਾਕੀ ਦੀ ਬਾਣੀ ਆ ਉਹ ਬਾਣੀ ਜਿਹੜੀ ਆ ਵੀ ਉਹ ਜਦੋਂ 5ਵੇਂ ਪਾਤਸ਼ਾਹ ਨੇ ਹੁਕਮਨਾਮੇ ਭੇਜੇ ਆ ਬਿਲਕੁਲ ਉਹਦੇ ਫਿਰ ਜਵਾਬ ਦੇ ਵਿੱਚ ਵੀ ਜਿਹੜੀਆਂ ਸੰਗਤਾਂ ਥਾਂ ਤੇ ਸੀਗੀਆਂ ਆਪਣੀਆਂ ਸਿੱਖ ਸੰਗਤਾਂ ਵੀ ਉਹਨਾਂ ਨੇ ਕੋਲ ਜਿਹੜੀ ਬਾਣੀ ਸੀ ਵੀ ਉਹਨਾਂ ਨੇ ਭੇਜੀ ਬਿਲਕੁਲ ਉਹ ਸਾਰੀ ਫਿਰ ਇਕੱਠੀ ਹੋ ਕੇ ਤੇ ਇਦਾਂ ਆ ਕੇ ਵੀ ਗੁਰੂ ਗ੍ਰੰਥ ਸਾਹਿਬ ਬਣਿਆ। ਬਿਲਕੁਲ ਹੁਣ ਉਹ ਕਿੰਨੀ ਕੁ ਮਤਲਬ ਪਈ ਕਹਿ ਲਓ ਵੀ ਕਨਵਿੰਸਿੰਗ ਦਲੀਲ ਆ ਇਹ। ਬਿਲਕੁਲ ਨਹੀਂ ਹੈ। ਪਹਿਲਾ ਜਿਹੜਾ ਸਵਾਲ ਆ ਉਹ ਤੇ ਇਹੀ ਉੱਠ ਜਾਂਦਾ ਵੀ ਇੱਕ ਜਿਹੜਾ ਸੋਮਾ ਆ ਗੁਰਬਾਣੀ ਦਾ ਜੀ ਉਹਦੇ ਕੋਲੇ ਗੁਰਬਾਣੀ ਨਾ ਹੋਵੇ ਜੀ। ਦੂਜਾ ਸਵਾਲ ਜਿਹੜਾ ਆ ਵੀ ਉਹ ਇਹ ਉੱਠ ਜਾਂਦਾ ਵੀ ਉੱਥੇ ਉਸ ਵੇਲੇ ਕਿਹੜਾ ਪਈ ਪ੍ਰਿੰਟਿੰਗ ਮਸ਼ੀਨਾਂ ਸੀਗੀਆਂ ਬਿਲਕੁਲ ਵੀ ਜਿਹਦੇ ਨਾਲ ਵੀ ਕਾਪੀਆਂ ਹੋ ਕੇ ਤੇ ਇਹ ਵੀ ਉਹ ਸਾਰੇ ਥਾਂ ਤੇ ਸਰਕੂਲੇਟ ਹੁੰਦੀਆਂ ਜੀ।
ਜਿਹੜਾ ਵੀ ਕਾਪੀ ਕਰਦਾ ਹੈਗਾ ਉਹ ਹੱਥ ਲਿਖਤ ਜਿਹੜੀ ਆ ਵੀ ਹੱਥੀਂ ਕਾਪੀ ਕਰਦਾ ਹੈ ਜੀ। ਹੁਣ ਇਹ ਕਿਵੇਂ ਅਸੀਂ ਮੰਨ ਲਈਏ ਭਈ ਜਿਹੜੀ ਚੀਜ਼ ਤੋਂ ਕਾਪੀ ਕੀਤੀ ਜਾ ਰਹੀ ਆ ਜੀ, ਦੇਖ ਕੇ ਲਿਖਿਆ ਜਾ ਰਿਹਾ ਜੀ, ਉਹ ਜਿਹੜੀ ਚੀਜ਼ ਆ ਵੀ ਉਹ ਖਤਮ ਹੋ ਗਈ ਆ। ਬਿਲਕੁਲ। ਭਈ ਜਿਹੜੀਆਂ ਕਾਪੀਆਂ ਫਿਰ ਉਹ ਇਕੱਠੀਆਂ ਕੀਤੀਆਂ ਗਈਆਂ। ਜਿਹੜੀ ਤੀਜੀ ਪੋਸੀਬਿਲਿਟੀ ਹੈ ਕਿ ਗੁਰੂ ਸਾਹਿਬ ਬਾਣੀ ਉਚਾਰਦੇ ਗਏ ਤੇ ਕੋਈ ਸਿੱਖ ਜਾਂ ਕਈ ਸਿੱਖ ਉਹਨਾਂ ਨੂੰ ਲਿਖਦੇ ਰਹੇ, ਜਿਹੜੀ ਪੋਸੀਬਿਲਿਟੀ ਉਹ ਵੀ ਹਾਸੋਹੀਣੀ ਆ ਵੀ ਇਸ ਕਰਕੇ ਭਈ ਜਦੋਂ ਅਸੀਂ ਕਿਸੇ ਇੱਕ ਤੇ ਪਹਿਲਾਂ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਗੱਲ ਕੀਤੀ ਆ ਵੀ ਜਿਹੜੀਆਂ ਲਗਾ ਮਾਤਰਾ ਨੇ ਜੀ ਗੁਰਬਾਣੀ ਦੀਆਂ, ਬਿਲਕੁਲ, ਉਹ ਬਿਨਾਂ ਲਿਖਤੀ ਰੂਪ ਦੇ ਕਮਿਊਨੀਕੇਟ ਹੋ ਨਹੀਂ ਸਕਦੀਆਂ। ਦੂਜੀ ਗੱਲ ਇਹ ਆ ਵੀ ਜਿਹੜੀ ਇਹ ਦਲੀਲ ਗੁਰਬਾਣੀ ਦੇ ਉੱਤੇ ਲਾਈ ਜਾ ਰਹੀ ਆ ਵੀ ਗੁਰੂ ਸਾਹਿਬ ਬੋਲ ਰਹੇ ਨੇ ਤੇ ਕੋਈ ਸਿੱਖ ਜਿਹੜਾ ਆ ਵੀ ਉਹਨੇ ਨੋਟ ਕਰ ਲਿਆ ਜੀ, ਹੁਣ ਉਹ ਤਾਂ ਕਰਕੇ ਹਾਸੋਹੀਣੀ ਹੋ ਜਾਂਦੀ ਆ ਵੀ ਇਹਦਾ ਕੋਈ ਵੀ ਹੋਰ ਉਦਾਹਰਣ ਜਿਹੜਾ ਆ ਵੀ ਉਹ ਦਿਖਾ ਦਿਓ ਵੀ ਜਿਹੜਾ ਲਿਖਾਰੀ ਹੋਵੇ ਕੋਈ। ਬਿਲਕੁਲ। ਵੀ ਜਿੱਦਾਂ ਆਪਾਂ ਲੈ ਲੈਨੇ ਵੀ ਬਾਬਾ ਫਰੀਦ, ਬਿਲਕੁਲ ਜੀ, ਬਾਬਾ ਫਰੀਦ ਨੇ ਆਪ ਲਿਖਿਆ ਸੀ ਕਿ ਉਹ ਸਿਰਫ ਬੋਲ ਰਿਹਾ ਸੀ ਤੇ ਕਿਸੇ ਹੋਰ ਨੇ ਲਿਖਿਆ। ਬਿਲਕੁਲ ਜੀ। ਭਗਤ ਕਬੀਰ ਲੈ ਲਓ, ਜਿੰਨੇ ਵੀ ਭਗਤ ਆ ਸਾਰਿਆਂ ਦੀ ਲੈ ਲਓ ਬਿਲਕੁਲ ਬਾਣੀ, ਉਹ ਲਿਖਤੀ ਰੂਪ ਦੇ ਵਿੱਚ ਕਿੱਦਾਂ ਆਈ? ਬਿਲਕੁਲ। ਖਾਸ ਤੌਰ ਤੇ ਵੀ ਜਦੋਂ ਆਪਾਂ ਜਾਣਦੇ ਹਾਂ ਵੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਸਥਾਨਾਂ ਤੇ ਗਏ ਆ, ਉੱਥੇ ਲਿਖਤੀ ਰੂਪ ਦੇ ਵਿੱਚ ਉਹ ਬਾਣੀ ਜਿਹੜੀ ਆ ਵੀ ਉਹ ਮੌਜੂਦ ਸੀ। ਇਹ ਨਹੀਂਗਾ ਵੀ ਉਹਨਾਂ ਨੇ ਰਾਹ ਦੇ ਵਿੱਚੋਂ ਕਿਸੇ ਕੋਲੋਂ ਲੈ ਲਈ ਤੇ ਉਹਨੇ ਰਾਹਗੀਰ ਨੇ ਕਿਹਾ ਵੀ ਜਾਂ ਕਿਸੇ ਪਿੰਡ ਦੇ ਵਿੱਚੋਂ ਲੰਘਦਿਆਂ ਉਹਨਾਂ ਨੇ ਕਿਹਾ ਵੀ ਜੀ ਆਹ ਜਿਹੜੀ ਤੁਹਾਨੂੰ ਦੇ ਰਹੇ ਆ ਅਸੀਂ ਬਾਣੀ ਤੇ ਇਹ ਭਗਤ ਕਬੀਰ ਦੀ ਆ। ਬਿਲਕੁਲ। ਤੇ ਉਹਨਾਂ ਨੇ ਮੰਨ ਲਿਆ ਵੀ ਹਾਂ ਠੀਕ ਆ ਭਗਤ ਕਬੀਰ, ਉਹ ਭਗਤ ਕਬੀਰ ਦੀ ਜਗ੍ਹਾ ਤੇ ਜਾ ਕੇ ਉੱਥੋਂ ਉਹਨਾਂ ਨੇ ਬਾਣੀ ਜਿਹੜੀ ਆ ਉਹ ਲਈ ਆ। ਬਿਲਕੁਲ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਇਸੇ ਵੱਲ ਨੂੰ ਪੁਆਇੰਟ ਆਊਟ ਕਰਦੀਆਂ ਵੀ ਇਹ ਕਹਾਣੀ ਜਿਹੜੀ ਆ ਵੀ ਇਹਦਾ ਕੋਈ ਸਿਰ ਪੈਰ ਨਹੀਂ ਗਾ। ਬਿਲਕੁਲ। ਭਈ ਗੁਰੂ ਨਾਨਕ ਪਾਤਸ਼ਾਹ ਜਾਂ ਕੋ ਹੋਰ ਗੁਰੂ ਸਾਹਿਬ ਵੀ ਉਹ ਕਹਿ ਲਓ ਵੀ ਉਚਾਰ ਰਹੇ ਆ ਬਾਣੀ ਤੇ ਲਿਖ ਕੋਈ ਹੋਰ ਰਿਹਾ, ਕਿਉਂਕਿ ਉਹ ਚੀਜ਼ਾਂ ਪ੍ਰੈਕਟੀਕਲ ਪੋਸੀਬਲ ਵੀ ਨਹੀਂ ਹੈਗੀਆਂ। ਪੋਸੀਬਲ ਨਹੀਂ ਆ। ਖਾਸ ਤੌਰ ਤੇ ਵੀ ਤੁਸੀਂ ਉਸ ਵੇਲੇ ਦੇ ਜਿਹੜੇ ਆ ਵੀ ਧਾਰਮਿਕ ਛੱਡ ਕੇ ਕੋਈ ਹੋਰ ਵੀ ਲਿਖਾਰੀ ਲੈ ਲਓ, ਬੁੱਲੇ ਸ਼ਾਹ ਨੂੰ ਲੈ ਲਓ, ਦੂਸਰੇ ਨੂੰ ਵਾਰਿਸ ਸ਼ਾਹ ਨੂੰ ਲੈ ਲਓ, ਹੋਰ ਸਾਰਿਆਂ ਨੂੰ ਲੈ ਲਓ ਜੀ। ਜਦੋਂ ਉਹ ਆਪਣੀ ਲਿਖਤ ਜਿਹੜੀ ਲਿਖ ਰਹੇ ਆ ਫਿਰ ਇੱਥੇ ਇਹ ਕਿੱਦਾਂ ਮਤਲਬ ਇੰਪੋਸੀਬਲ ਹੋ ਗਿਆ ਵੀ ਗੁਰੂ ਪਾਤਸ਼ਾਹ ਨੇ ਆਪਣੀ ਲਿਖਤ ਨਹੀਂ ਲਿਖੀ, ਆਪਣੀ ਲਿਖਤ ਆਪ ਨਾਲ ਲਿਖੀ ਹੋਊਗੀ। ਬਿਲਕੁਲ। ਸੋ ਮੂਰਖਾਂ ਵਾਲੀਆਂ ਦਲੀਲਾਂ ਨੇ ਔਰ ਜਾਣ ਬੁੱਝ ਕੇ ਕਹਿ ਲਓ ਭਈ ਜਿਹੜੇ ਸਿੱਖਾਂ ਨੂੰ ਆਪ ਹੀ ਕਹਿ ਲਓ ਉਹਨਾਂ ਦੇ ਜਿਹੜਾ ਗਿਆਨ ਦੀ ਘਾਟ ਆ ਜੀ ਇਸ ਵੇਲੇ ਆਪਣੇ ਇਤਿਹਾਸ ਤੇ ਫਲਸਫੇ ਬਾਰੇ, ਬਿਲਕੁਲ ਉਹਨੂੰ ਦੁਸ਼ਮਣ ਜਿਹੜਾ ਉਹ ਐਕਸਪਲੋਇਟ ਕਰਨ ਲਈ ਇਹੋ ਜਿਹੀਆਂ ਕਹਾਣੀਆਂ ਘੜ ਕੇ ਤੇ ਉਹ ਕਹਿ ਲਓ ਵੀ ਇੱਕ ਬੈਰੀਅਰ ਜਿਹੜੇ ਆ ਵੀ ਉਹ ਖੜੇ ਕਰ ਦਿੰਦਾ। ਸਹੀ ਗੱਲ ਹੈ। ਚਲੋ ਅਗਲੀ ਦਲੀਲ ਉਹ ਲਿਖਦੇ ਹਨ, ਅਗਲੀ ਕਸੌਟੀ ਉਹ ਦਿੰਦੇ ਹਨ ਕਿ ਪਰ ਦਲੀਲ ਦੀ ਕਸੌਟੀ ਉੱਤੇ ਗਿਆਨੀ ਜੀ ਦੀ ਇਹ ਮਨੌਤ ਪੂਰੀ ਨਹੀਂ ਉਤਰਦੀ। ਦੁਨੀਆ ਵਿੱਚ ਜੋ ਵੀ ਸੁਧਾਰਕ ਆਉਂਦਾ ਹੈ ਉਹ ਵੇਲਾ ਟਪਾਊ ਕੰਮ ਨਹੀਂ ਕਰਦਾ, ਜਿਹੜਾ ਕਿ ਅਸੀਂ ਹੁਣੀ ਆਲਰੇਡੀ ਜ਼ਿਕਰ ਕਰ ਚੁੱਕੇ ਹਾਂ। ਤੇ ਵੇਲਾ ਟਪਾਊ ਸੁਧਾਰ ਉਸ ਮਹਾਂਪੁਰਖਾਂ ਦੇ ਅੱਖਾਂ ਮੀਟਦਿਆਂ ਸਾਰ ਹੀ ਮੁੱਕ ਜਾਂਦਾ ਹੈ। ਅਗਾਂਹ ਆਉਣ ਵਾਲੀਆਂ ਨਸਲਾਂ ਕਿਸੇ ਮਹਾਂਪੁਰਖ ਦੇ ਨਿਗਰ ਸੁਧਾਰ ਤੋਂ ਤਦੋਂ ਹੀ ਲਾਭ ਉਠਾ ਸਕਦੀਆਂ ਹਨ ਜੇ ਉਸ ਦਾ ਉਪਦੇਸ਼ ਲਿਖਤੀ ਸ਼ਕਲ ਵਿੱਚ ਆ ਗਿਆ ਹੋਵੇ। ਸਾਧਾਰਨ ਮਨੁੱਖ ਵੀ ਇਸ ਨਿਯਮ ਨੂੰ ਸਮਝਦਾ ਹੈ। ਭਾਈਚਾਰਕ ਜੀਵਨ ਵਿੱਚ ਸਦੀਆਂ ਤੋਂ ਪਏ ਆ ਰਹੇ ਵਿਗਾੜ 5-10 ਸਾਲ ਦੀ ਜ਼ਬਾਨੀ ਮਿਹਨਤ ਨਾਲ ਦੂਰ ਨਹੀਂ ਹੋ ਸਕਦੇ ਸਨ। ਇਸ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਨੇ ਕੁਝ ਸਮੇਂ ਤੱਕ ਗੁਰਿਆਈ ਵਾਲੀ ਮਰਿਆਦਾ ਜਾਰੀ ਰੱਖਣੀ ਜ਼ਰੂਰੀ ਸਮਝੀ ਸੀ। ਔਰ ਉਹ ਤਾਂ ਕਰਕੇ ਵੀ ਹੋ ਜਾਂਦਾ ਵੀ ਜਿੱਦਾਂ ਆਪਾਂ ਕਈ ਵਾਰੀ ਕੀਤੀ ਵੀ ਆ ਗੱਲ ਇਹ ਵੀ ਗੁਰੂ ਨਾਨਕ ਪਾਤਸ਼ਾਹ ਖਾਲਸਾ ਸਾਜ ਸਕਦੇ ਸੀ, ਬਿਲਕੁਲ, ਪਰ ਉਹਨਾਂ ਨੇ ਕਹਿ ਲਓ ਵੀ ਗਾਂ 10 ਪਾਤਸ਼ਾਹੀਆਂ ਆਈਆਂ ਤੇ ਤਾਂ 10ਵੇਂ ਪਾਤਸ਼ਾਹ ਵੇਲੇ ਜਿਹੜਾ ਆ ਵੀ ਉਹ ਖਾਲਸਾ ਸਾਜਿਆ ਗਿਆ। ਬਿਲਕੁਲ। ਉਹਦਾ ਕਾਰਨ ਸਿੰਪਲੀ ਇਹ ਸੀਗਾ ਵੀ ਮਾਨਸਿਕ ਤੌਰ ਦੇ ਉੱਤੇ ਜਿਹੜੀ ਆਜ਼ਾਦੀ ਹੈ ਨਾ ਉਹਨੂੰ ਸਮਾਂ ਲੱਗਦਾ। ਬਿਲਕੁਲ। ਵੀ ਉੱਦਾਂ ਸਰੀਰਕ ਤੌਰ ਦੇ ਉੱਤੇ ਬੰਦੇ ਕਹਿ ਲਓ ਵੀ ਖੜੇ ਕਰ ਦੇਣੇ ਇੱਕ ਜਨਰੇਸ਼ਨ, ਅਗਲੀ ਜਨਰੇਸ਼ਨ ਜਿਹੜੀ ਆ ਉਹ ਫੇਰ ਗੁਲਾਮ ਹੋ ਜਾਵੇ, ਉਹਦਾ ਫਾਇਦਾ ਕੋਈ ਨਹੀਂ। ਉਹਦੀ ਆਪਾਂ ਉਦਾਹਰਨ ਸ੍ਰੀ ਚੰਦ ਦੇ ਵਿੱਚ ਦੇਖ ਲੈਂਦੇ, ਲక్ష్ਮੀ ਦਾਸ ਦੇ ਵਿੱਚ ਦੇਖ ਲੈਂਦੇ, ਪ੍ਰਿਥੀ ਚੰਦ ਵਿੱਚ ਦੇਖ ਲਓ, ਸੋ ਰਾਮ ਰਾਏ 'ਚ ਦੇਖ ਲਓ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਵੀ ਉਹ ਕਲੀਅਰਲੀ ਵੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਫੋਰਸਾਈਟ ਆ ਜੀ, ਜਿਹਨੂੰ ਵੀ ਮੁਹਾਵਰੇ ਦੇ ਤੌਰ ਤੇ ਦਿਵ ਦ੍ਰਿਸ਼ਟੀ ਕਹਿੰਦੇ ਆ ਜੀ, ਵੀ ਉਹਦੇ ਰਾਹੀਂ ਪਤਾ ਲੱਗਦਾ ਵੀ ਗੁਰੂ ਪਾਤਸ਼ਾਹ ਨੇ ਵੀ ਜਦੋਂ ਸਾਰਾ ਆਲਾ ਦੁਆਲਾ ਜਿਹੜਾ ਆ ਵੀ ਉਹਨੂੰ ਵਾਚਿਆ ਤੇ ਜਿੱਦਾਂ ਵੀ ਭਗਤ ਕਬੀਰ ਦੀ ਬਾਣੀ ਉਹਦੇ ਨਾਲ ਕੀ ਹੋਇਆ ਆ, ਬਾਬਾ ਫਰੀਦ ਦੀ ਸਾਰੀਆਂ ਜਿਹੜੀਆਂ ਆਲੇ ਦੁਆਲੇ ਉਹਨਾਂ ਨੇ ਇਕੱਠੀਆਂ ਕੀਤੀਆਂ। ਬਿਲਕੁਲ। ਵੀ ਉਹ ਲਿਖਤਾਂ ਵੀ ਜਿਹਦੇ ਵਿੱਚ ਰੱਬ ਦਾ ਜਿਹੜਾ ਅਸਲ ਰੂਪ ਆ ਉਹਦੇ ਨਾਲ ਲੋਕਾਈ ਨੂੰ ਜੋੜਨੇ ਦੀ ਕੋਸ਼ਿਸ਼ ਹੋਈ ਆ ਤੇ ਬਾਹਮਣ ਜਿਹੜਾ ਆ ਵੀ ਉਹ ਲਿਖਤਾਂ ਨੂੰ ਹਵਾ ਵੀ ਨਹੀਂ ਲੱਗਣ ਦੇਣ ਦਿਆ ਤੇ ਉਹ ਸਾਰੇ ਦਾ ਜਦੋਂ ਤੁਸੀਂ ਦੇਖਦੇ ਆ ਤੇ ਫਿਰ ਸੁਭਾਵਿਕ ਹੀ ਜਿਹੜਾ ਆ ਵੀ ਉਹ ਸਮਝ ਲੱਗਣ ਲੱਗ ਪੈਂਦੀ ਆ ਭਈ ਬਜਾਏ ਗੁਰੂ ਨਾਨਕ ਪਾਤਸ਼ਾਹ 1539 ਦੇ ਵਿੱਚ ਵੀ ਇਹ ਕਹਿ ਜਾਂਦੇ ਵੀ ਹਾਂਜੀ ਠੀਕ ਆ ਵੀ ਸ਼ਬਦ ਤੁਹਾਡਾ ਜਿਹੜਾ ਵੀ ਉਹ ਗੁਰੂ ਆ ਤੇ ਹੁਣ ਤੁਸੀਂ ਇਹਦੇ ਤੋਂ ਹੀ ਸਾਰੀ ਸਿੱਖਿਆ ਲੈਣੀ ਆ ਤੇ ਉਹ ਕਹਿ ਲਓ ਭਈ ਇੱਕ ਜਿਹੜਾ ਚੰਗਾ
ਬਾਗਬਾਨ ਆ ਭਈ ਉਹਦੀ ਫਿਰ ਉਹ ਕਹਿ ਲਓ ਭਈ ਸਹੀ ਜਿਹੜੀ ਡਿਊਟੀ ਆ ਵੀ ਉਹ ਨਹੀਂ ਪੂਰੀ ਹੋਣੀ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਫੁੱਲ ਲਾਏ ਸੀਗੇ ਜੀ ਉਹਨਾਂ ਨੂੰ ਪਤਾ ਸੀ ਭਈ ਇਹਨਾਂ ਨੂੰ ਅਜੇ ਰਾਖੀ ਦੀ ਵੀ ਲੋੜ ਆ। ਬਿਲਕੁਲ ਬਾਹਮਣ ਜਿਹੜਾ ਭੇੜੀਆ ਆ ਵੀ ਉਹਦੇ ਤੋਂ ਜੀ, ਤੇ ਜਿਹੜੇ ਗਾਂ ਹੋਰ ਆਲੇ ਦੁਆਲਿਓਂ ਵੀ ਗੜੇ ਪੈਣੇ ਆ ਤੇ ਹੋਰ ਮਾਰਾਂ ਪੈਣੀਆਂ ਆ ਵੀ ਉਹ ਤੋਂ ਵੀ ਬਚਾਉਣੇ ਦੀ ਲੋੜ ਹੈ ਭਈ, ਤਾਂ ਕਿ ਵੀ ਜਦੋਂ ਇੱਕ ਵਾਰੀ ਵੀ ਤਣਾ ਇਹਨਾਂ ਦਾ ਸਟਰੋਂਗ ਹੋ ਗਿਆ ਜੀ ਫਿਰ ਠੀਕ ਆ, ਫਿਰ ਇਹਨਾਂ ਨੇ ਆਪੇ ਆਪਣੇ ਆਪ ਨੂੰ ਵੀ ਸਾਂਭ ਲੈਣਾ। ਔਰ ਉਹ ਆਪਾਂ ਵੇਖਦੇ ਹਾਂ ਫਿਰ ਭਈ ਜਦੋਂ ਆਪਣੇ ਖੁਦ ਮੁਖਤਿਆਰ ਹੁੰਦੇ ਆ, ਗੁਰਿਆਈ ਜਿਹੜੀ ਆ ਵੀ ਉਹ ਸੰਪੂਰਨ ਹੋ ਜਾਂਦੀ ਆ ਤੇ ਖਾਲਸੇ ਦੇ ਸਰੀਰ ਦੇ ਵਿੱਚ ਚੱਲ ਜਾਂਦੀ ਆ ਭਈ ਕੌਮੀ ਤੌਰ ਦੇ ਉੱਤੇ ਕਹਿ ਲਓ ਵੀ ਖਾਲਸਾ ਜਿਹੜਾ ਆ ਵੀ ਉਹ ਕੌਮੀ ਤੌਰ ਦੇ ਉੱਤੇ ਵੀ ਗੁਰੂ ਦਾ ਸਥਾਨ ਲੈ ਲੈਂਦਾ ਜੀ। ਉਹ ਤੋਂ ਬਾਅਦ ਜਿਹੜਾ ਅਤਿਆਚਾਰ ਝੱਲਿਆ ਸੀ ਬਿਲਕੁਲ, ਭਾਵੇਂ ਬਾਬਾ ਬੰਦਾ ਸਿੰਘ ਵੇਲੇ, ਭਾਵੇਂ ਜ਼ਕਰੀਆ ਖਾਂ ਵੇਲੇ, ਤੇ ਉਹ ਸਾਰਾ ਕੁਝ ਜਿਹੜਾ ਆ ਅਬਦਾਲੀ ਹੋਰ ਸਾਰਾ ਅੱਜ ਤੱਕ ਜਿਹੜਾ ਚੱਲ ਰਹੇ ਆ ਭਈ ਉਹ ਦੇਖ ਲਓ ਵੀ ਬਿਨਾਂ ਡੋਲਿਆਂ ਜਿਹੜਾ ਝੱਲਿਆ ਆ ਉਹ ਭਾਈ ਉਹ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸਾਡੀ ਜੜ ਸਟਰੋਂਗ ਕੀਤੀ ਆ ਦਸਾਂ ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਵੀ ਉਹਦਾ ਅਸਰ ਆ ਬਿਲਕੁਲ ਵੀ ਹੁਣ ਜੜ ਜੋ ਮਰਜ਼ੀ ਦੁਸ਼ਮਣ ਕਰ ਲਵੇ ਭਈ ਸਾਡੀ ਜੜ ਜਿਹੜੀ ਆ ਵੀ ਉਹ ਹਿਲਾਣ ਜੋਗਾ ਨਹੀਂ ਆ ਬਿਲਕੁਲ। ਤੇ ਉਹੋ ਹੀ ਚੀਜ਼ ਜਿਹੜੀ ਆ ਵੀ ਉਹ ਸਾਨੂੰ ਵੀ ਸਮਝਣੇ ਦੀ ਲੋੜ ਆ ਵੀ ਇਸ ਕਰਕੇ ਗੁਰਿਆਈ ਜਿਹੜੀ ਆ ਨਹੀਂ ਬਿਲਕੁਲ ਸਹੀ ਗੱਲ ਹੈ। ਅੱਗੇ ਵੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਨਾ ਕਿ ਜਿਹੜਾ ਉਪਦੇਸ਼ ਜਹਾਨ ਵਾਸਤੇ ਹੁੰਦਾ ਆ ਉਹ ਸੰਭਵ ਤਦੀ ਪੋਸੀਬਲ ਹੈ ਕਿ ਉਹ ਜਹਾਨ ਤੱਕ ਪਹੁੰਚ ਜਾਏ ਜੇ ਉਹ ਸੰਭਾਲ ਕੇ ਰੱਖਿਆ ਜਾਵੇ। ਜੇ ਉਹ ਸ਼ਬਦੀ ਰੂਪ 'ਚ ਹੋਊਗਾ ਜਾਂ ਜ਼ਬਾਨੀ ਰੂਪ 'ਚ ਹੋਊਗਾ, ਸੰਭਾਲਿਆ ਨਹੀਂ ਜਾਣਾ ਹੈਗਾ। ਤੇ ਫਿਰ ਉਹ ਜੀਣਾ ਵਾਸਤੇ ਉਚਾਰਿਆ ਜਾ ਰਿਹਾ ਆ, ਜਿਹੜੇ ਸਮਾਜ ਵਾਸਤੇ, ਜਿਹੜੇ ਜਹਾਨ ਵਾਸਤੇ ਉਚਾਰਿਆ ਜਾ ਰਿਹਾ ਉਹਨਾਂ ਤੱਕ ਪਹੁੰਚਣਾ ਨਹੀਂ ਤੇ ਉਹਦਾ ਕੋਈ ਫਾਇਦਾ ਵੀ ਨਹੀਂ ਹੈਗਾ। ਤੇ ਨਾਲ ਹੀ ਉਹ ਫਿਰ ਇਹ ਵੀ ਦੱਸਦੇ ਨੇ ਕਿ ਕਿਹੜਾ ਉਸ ਟਾਈਮ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੇ ਜਾਂ ਕਾਗਜ਼ ਜਾਂ ਕਲਮ ਨਹੀਂ ਸੀਗੀ ਜਾਂ ਸਿਆਹੀ ਨਹੀਂ ਸੀਗੀ ਕਿ ਉਹ ਆਪ ਲਿਖ ਨਹੀਂ ਸਕਦੇ ਸੀ। ਤੇ ਉਹ ਸਾਨੂੰ ਸਾਰਾ ਜਦੋਂ ਅਸੀਂ ਭਾਈ ਪੂਰੀ ਪਿਕਚਰ ਬਣਾ ਕੇ ਦੇਖਦੇ ਹਾਂ ਤੇ ਬੜੀ ਕਲੀਅਰ ਸਾਨੂੰ ਪਿਕਚਰ ਕਲੀਅਰ ਹੋ ਜਾਂਦੀ ਹੈਗੀ ਹੈ ਕਿ ਇਹ ਜੋ ਸਾਖੀਆਂ ਆਦਿ ਗ੍ਰੰਥ ਬੀੜ ਬਾਰੇ ਜੋੜੀਆਂ ਗਈਆਂ, ਇਹ ਇੱਕ ਬਹੁਤ ਵੱਡਾ ਹਮਲਾ ਬਾਹਮਣ ਦੁਆਰਾ ਕੀਤਾ ਗਿਆ। ਬਿਲਕੁਲ। ਔਰ ਜਿਹੜੀ ਕਾਪੀਆਂ ਬਣਾਉਣੇ ਦੀ ਰਵਾਇਤ ਆ ਜੀ ਉਹ ਸਿੱਖ ਸਮਾਜ ਦਾ ਜਾਂ ਸਿੱਖ ਕੌਮ ਦਾ ਵੀ ਮੁੱਢਲਾ ਇੱਕ ਜਿਹੜਾ ਕਹਿ ਲਓ ਵੀ ਹਿੱਸਾ ਰਹੀ ਆ। ਬਿਲਕੁਲ। ਉਹ ਇਸ ਗੱਲ ਤੋਂ ਵੀ ਪਤਾ ਲੱਗ ਜਾਂਦੀ ਆ ਵੀ ਜਦੋਂ ਆਪਾਂ ਇਹ ਦੇਖਦੇ ਆ ਵੀ ਬਾਬਾ ਦੀਪ ਸਿੰਘ ਜਦੋਂ ਆਪਣੀ ਉਮਰ ਦੇ ਅਖੀਰਲੇ ਦੌਰ 'ਚ ਪਹੁੰਚਦੇ ਆ ਤੇ ਉਹ ਦਮਦਮਾ ਸਾਹਿਬ ਬੈਠ ਕੇ ਤੇ ਜਿਹੜਾ ਅੱਜ ਦਮਦਮਾ ਸਾਹਿਬ ਆ ਵੀ ਉੱਧਰ ਬੈਠ ਕੇ ਤੇ ਉਹ ਬੀੜਾਂ ਜਿਹੜੀਆਂ ਆ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਤਿਆਰ ਕਰਦੇ ਆ ਕਾਪੀਆਂ ਤੇ ਉਹ ਸਾਰਾ ਕੁਝ ਜਿਹੜਾ ਆ ਉਹ ਇਸ ਚੀਜ਼ ਵੱਲ ਨੂੰ ਪੁਆਇੰਟ ਆਊਟ ਕਰਦਾ ਆ ਵੀ ਇਹ ਗੱਲ ਹੈਗੀ ਆ 1750 ਦੇ ਨੇੜੇ ਦੀ। ਤੇ ਉਹ ਇਸ ਗੱਲ ਵੱਲ ਨੂੰ ਧਿਆਨ ਸਾਡਾ ਦਿਵਾਉਂਦਾ ਵੀ ਜਦੋਂ ਮਾਰਾਂ ਪੈ ਰਹੀਆਂ ਸੀ ਹਰੇਕ ਪਾਸਿਓਂ ਤੇ ਇੱਕ ਜਿਹੜਾ ਸਾਡਾ ਸਿਰਕੱਢ ਜਰਨੈਲ ਆ ਉਹਨੇ ਇਹ ਚੀਜ਼ ਮਹਿਸੂਸ ਕੀਤੀ ਵੀ ਇਸ ਮਾਰਾਂ ਦੇ ਦੌਰ ਦੇ ਵਿੱਚ ਵੀ ਜਿਹੜਾ ਆਹ ਪੱਖ ਆ ਸਾਡਾ ਗੁਰਬਾਣੀ ਦੇ ਪ੍ਰਸਾਰ ਤੇ ਪ੍ਰਚਾਰ ਵਾਲਾ ਭਈ ਇਹ ਸਫਰ ਹੋ ਰਿਹਾ ਭਈ ਇਹਨੂੰ ਸੱਟ ਵੱਜ ਰਹੀ ਆ ਤੇ ਮੈਂ ਹੁਣ ਉਧਰ ਨੂੰ ਧਿਆਨ ਦੇਵਾਂ। ਤੇ ਉਹਨਾਂ ਨੇ ਫਿਰ ਬੈਠ ਕੇ ਇੱਕ ਕਹਿ ਲਓ ਵੀ ਥਾਂ ਮਿੱਥ ਕੇ ਤੇ ਉੱਥੇ ਫਿਰ ਨਾ ਸਿਰਫ ਬੀੜਾਂ ਤਿਆਰ ਕੀਤੀਆਂ ਬਲਕਿ ਉਹ ਫਿਰ ਥਾਂ ਥਾਂ ਦੇ ਉੱਤੇ ਪਹੁੰਚਾਈਆਂ। ਤੇ ਉਹ ਚੀਜ਼ਾਂ ਜਿਹੜੀਆਂ ਆ ਉਹ ਬਿਲਕੁਲ ਇਸੇ ਚੀਜ਼ ਨੂੰ ਹੀ ਪੁਆਇੰਟ ਆਊਟ ਕਰਦੀਆਂ ਵੀ ਇੱਕ ਰਵਾਇਤ ਚੱਲੀ ਆ ਰਹੀ ਆ ਜਿਹਨੂੰ ਉਹ ਭਈ ਇਹ ਸਾਰਾ ਜਿਹੜਾ ਦੌਰ ਸੀਗਾ ਅਖਿਆਈ ਦਾ ਸਾਡਾ ਭਈ ਉਹਦੇ ਵਿੱਚ ਵੀ ਉਹਨਾਂ ਨੇ ਜੀਂਦਿਆਂ ਰੱਖਿਆ। ਤੇ ਉਹ ਸਾਰਾ ਜਿਹੜਾ ਵੀ ਬਿਲਕੁਲ ਉਹ ਸਾਨੂੰ ਅੱਜ ਵੀ ਜਿਹੜਾ ਆ ਵੀ ਉੱਥੋਂ ਸਬਕ ਲੈ ਕੇ ਤੇ ਜਿਹੜਾ ਪੱਖ ਸਾਡੀ ਕੌਮ ਦਾ ਇਸ ਵੇਲੇ ਕਮਜ਼ੋਰ ਪੈ ਰਿਹਾ ਆ ਉਹਨੂੰ ਸਾਡੇ ਵਿੱਚੋਂ ਜਿਹਨੂੰ ਵੀ ਲੱਗਦਾ ਵੀ ਮੈਂ ਆਹ ਪੱਖ ਦੇ ਉੱਤੇ ਕੰਮ ਕਰ ਸਕਦਾ ਤੇ ਜ਼ਰੂਰ ਕੰਮ ਕਰਨਾ ਚਾਹੀਦਾ ਵੀ ਤਾਂ ਕਿ ਹਰੇਕ ਪੱਖ ਜਿਹੜਾ ਆ ਉਹ ਤਕੜਾ ਹੋ ਕੇ ਤੇ ਸਾਡੀ ਕੌਮ ਨੂੰ ਸਮੂਹਕ ਤੌਰ ਦੇ ਉੱਤੇ ਵੀ ਤਕੜਾ ਕਰੇ। ਨਹੀਂ ਭਾਈ ਇੱਕ ਗੱਲ ਇਹ ਵੀ ਬਿਲਕੁਲ ਤੁਸੀਂ ਦਰੁਸਤ ਕੀਤੀ ਕਿ ਜਿਹੜਾ ਸਰੀਰ ਪੱਖੋਂ ਤਕੜਾ ਹੋਣ ਤੋਂ ਬਾਵਜੂਦ ਵੀ ਜੇ ਉਹ ਮਾਨਸਿਕ ਤੌਰ ਤੇ ਕਮਜ਼ੋਰ ਆ ਤੇ ਉਹਦੇ ਤਕੜੇ ਸਰੀਰ ਦਾ ਕੋਈ ਫਾਇਦਾ ਵੀ ਨਹੀਂ ਗਾ। ਠੀਕ ਹੈ, ਉਹਨੂੰ ਬੜੇ ਸੌਖੇ ਤਰੀਕੇ ਨਾਲ ਗੁਲਾਮ ਬਣਾਇਆ ਜਾ ਸਕਦਾ ਜਿਹੜਾ ਕਿ ਹਜ਼ਾਰਾਂ ਸਾਲ ਤੋਂ ਬਾਹਮਣ ਕਰਦਾ ਆ ਰਿਹਾ ਸੀਗਾ। ਉਹਨੇ ਆਪਣਾ ਸਮਾਜ ਦੇ ਉੱਤੇ ਇਹੋ ਜਿਹਾ ਕੁੰਡਾ ਪਾਇਆ ਸੀਗਾ, ਫਸਾਇਆ ਸੀਗਾ ਸਮਾਜ ਨੂੰ ਇਸ ਚੱਕਰਾਂ ਦੇ ਵਿੱਚ ਕਿ ਕੋਈ ਵੀ ਉਹਦੇ ਪਾਏ ਜਾਲ ਚੋਂ ਬਾਹਰ ਨਹੀਂ ਨਿਕਲ ਸਕਦਾ ਸੀਗਾ। ਤੇ ਵਹਿਮ ਹਾਂਜੀ ਆਹ ਗੱਲ ਬੜੀ ਵਧੀਆ ਤੁਸੀਂ ਛੇੜੀ ਆ ਵੀ ਮੈਨੂੰ ਧਿਆਨ ਆਇਆ ਇੱਥੋਂ ਵੀ ਜਿਹੜੀ ਨਾ ਅੱਜ ਕੱਲ੍ਹ ਤੁਸੀਂ ਬਾਹਮਣ ਦੀ ਉਦਾਹਰਨ ਦਿੱਤੀ ਆ ਤੇ ਜਿਹੜਾ ਪੱਛਮ ਦਾ ਹੈਗਾ ਗਿਆਨ ਉਹਦੇ ਵਿੱਚ ਸਾਈਕੋਲੋਜੀ ਦੇ ਵਿੱਚ ਨਾ ਵੀ ਗੈਸ ਲਾਈਟਿੰਗ ਦਾ ਕਨਸੈਪਟ ਆ ਤੇ ਉਹ ਕਨਸੈਪਟ ਜਿਹੜਾ ਆ ਉਹ ਬਿਲਕੁਲ ਇਹੀ ਆ
ਵੀ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਵੀ ਜਿਹੜਾ ਸਰੀਰਕ ਤੌਰ ਤੇ ਤਗੜਾ ਵੀ ਆ, ਬਿਲਕੁਲ, ਉਹ ਜਿਹੜਾ ਇੱਕ ਕਮਜ਼ੋਰ ਜਿਹਾ ਮਾੜਛੂ ਜਿਹਾ ਬਾਹਮਣ ਆ, ਉਹ ਵੀ ਉਹਨੂੰ ਵੀ ਇਹ ਭਜਾਈ ਫਿਰਦਾ ਯਾਰ, ਕਿਉਂਕਿ ਉਹਦੇ ਮਨ ਦੇ ਉੱਤੇ ਜਿਹੜਾ ਉਹਨੇ ਦਹਿਲ ਪਾਇਆ ਹੋਇਆ ਨਾ, ਬਿਲਕੁਲ, ਉਹਦੇ ਵਿੱਚੋਂ ਜਿਹੜਾ ਉਹਨੂੰ ਆਜ਼ਾਦ ਕਰਨਾ ਉਹ ਸੌਖਾ ਨਹੀਂ ਹੈਗਾ ਯਾਰ। ਤੇ ਉਹ ਚੀਜ਼ ਜਿਹੜੀ ਆ ਵੀ ਉਹਦੇ ਵਿੱਚ ਹੀ ਸਿੱਖਾਂ ਨੂੰ ਕਹਿ ਲਓ ਭਈ ਖਾਲਸਾ ਬਣਨ ਤੱਕ 200 ਸਾਲ ਲੱਗਿਆ। ਬਿਲਕੁਲ। ਤੇ ਉਹ ਚੀਜ਼ ਜਿਹੜੀ ਆ ਵੀ ਉਹ ਪੱਛਮ ਦੇ ਵਿੱਚ ਗੈਸ ਲਾਈਟਿੰਗ ਜਿਹੜੀ ਆ ਵੀ ਉਹਨੂੰ ਕਹਿੰਦੇ ਵੀ ਇਹਨੂੰ ਜੇ ਤੁਸੀਂ ਸਰਚ ਕਰੋ ਨਾ ਗੂਗਲ ਦੇ ਉੱਤੇ ਗੈਸ ਲਾਈਟਿੰਗ ਦਾ ਮੀਨਿੰਗ ਕੀ ਆ ਸਾਈਕੋਲੋਜੀ ਦੇ ਵਿੱਚ ਜੀ, ਤੇ ਉਹ ਕਨਸੈਪਟ ਜਿਹੜਾ ਆ ਵੀ ਉਹ ਤਕਰੀਬਨ 1940 ਦੇ ਅਰਾਊਂਡ ਵੀ ਉਹ ਦੱਸਦੇ ਆ ਵੀ ਇੱਕ ਡਰਾਮਾ ਲਿਖਿਆ ਗਿਆ ਜਿਹਦੇ ਪਾਤਰ ਜਿਹੜੇ ਆ ਦੋ ਮੇਨ ਵੀ ਉਹ ਹਸਬੈਂਡ ਵਾਈਫ ਆ, ਘਰ ਵਾਲਾ ਘਰ ਵਾਲੀ ਜੀ, ਘਰ ਵਾਲੇ ਨੇ ਆਪਣੀ ਘਰ ਵਾਲੀ ਮਾਰਨੀ ਆ। ਹਾਂਜੀ। ਤੇ ਮਾਰਨੀ ਇਸ ਹਿਸਾਬ ਦੇ ਨਾਲ ਆ ਵੀ ਉਹਨੂੰ ਡਿਕਲੇਅਰ ਕਰ ਦੇਣਾ ਵੀ ਇਹ ਪਾਗਲ ਹੋ ਗਈ ਆ ਤੇ ਉਹਨੂੰ ਚੱਕ ਕੇ ਤੇ ਪਾਗਲਖਾਨੇ ਜਿਹੜਾ ਵੀ ਉਹ ਭੇਜ ਦੇਣਾ ਆ ਜੀ, ਤੇ ਜਾਂ ਐਕਸੀਡੈਂਟ ਦਿਖਾ ਦੇਣਾ ਵੀ ਇਹ ਤਾਂ ਪਾਗਲ ਸੀਗੀ ਤੇ ਇਸ ਕਰਕੇ ਵੀ ਇਹ ਆਪਣੇ ਆਪ ਨੂੰ ਮਾਰ ਗਈ ਜੀ, ਤੇ ਉਹ ਤੋਂ ਬਾਅਦ ਉਹਦੀ ਸਾਰੀ ਜਾਇਦਾਦ ਤੇ ਹੋਰ ਸਾਰਾ ਜਿਹੜਾ ਹਥਿਆ ਲੈਣਾ ਜੀ। ਹੁਣ ਉਹ ਤਰੀਕਾ ਕੀ ਵਰਤਦਾ ਆ ਭਈ ਉਹ ਨਾ ਉਹ ਸਮਾਂ ਜਿਹੜਾ ਉਹ ਜਿਸ ਸਮੇਂ ਦੇ ਵਿੱਚ ਡਰਾਮਾ ਸੈੱਟ ਆ ਉਦੋਂ ਬਿਜਲੀ ਹੈ ਨਹੀਂ ਤੇ ਜਿਹੜੀਆਂ ਲਾਈਟਾਂ ਆ ਸ਼ਾਮ ਨੂੰ ਵੀ ਦੀਵੇ ਬਲਦੇ ਆ ਜਾਂ ਜਿੱਦਾਂ ਵੀ ਉਹ ਹੈਗੀਆਂ ਗੈਸ ਦੇ ਉੱਤੇ ਚੱਲਦੀਆਂ ਜੀ, ਵੀ ਤਾਂ ਕਰਕੇ ਗੈਸ ਲਾਈਟ ਜਿਹੜਾ ਆ ਵੀ ਉੱਥੋਂ ਕਨਸੈਪਟ ਉਹਨਾਂ ਨੇ ਬਣਾਇਆ ਗੈਸ ਲਾਈਟਿੰਗ ਜੀ। ਤੇ ਉਹ ਕੀ ਕਰਦਾ ਭਈ ਹਰ ਰੋਜ਼ ਨਾ ਆ ਕੇ ਤੇ ਇੱਕ ਥੋੜੀ ਜਿਹੀ ਡਿਗਰੀ ਦੇ ਨਾਲ ਵੀ ਗੈਸ ਦੀ ਜਿਹੜੀ ਸਪਲਾਈ ਆ ਉਹ ਘਟਾ ਦਿੰਦਾ ਉਹਦੇ ਨਾਲ ਵੀ ਜਿਹੜੀ ਰੌਸ਼ਨੀ ਆ ਉਹ ਘਟ ਜਾਂਦੀ ਥੋੜੀ ਜਿਹੀ। ਠੀਕ ਹੈ ਜੀ। ਪਰ ਘਟਦੀ ਇਸ ਹਿਸਾਬ ਦੇ ਨਾਲ ਆ ਭਈ ਉਹ ਇੰਪਰਸੈਪਟੇਬਲ ਜਿਹਨੂੰ ਕਹਿੰਦੇ ਆ ਜੀ, ਬਿਲਕੁਲ। ਤੇ ਉਹ ਘਰ ਵਾਲੀ ਜਿਹੜੀ ਆ ਵੀ ਉਹਨੂੰ ਹੌਲੀ ਹੌਲੀ ਲੱਗਣ ਲੱਗ ਪੈਂਦਾ ਵੀ ਇਹ ਵੀ ਰੌਸ਼ਨੀ ਘਟ ਗਈ ਆ। ਉਹ ਕੰਪਲੇਂਟ ਕਰਦੀ ਵੀ ਰੌਸ਼ਨੀ ਘਟ ਗਈ ਵੀ ਦੇਖ ਵੀ ਇਹ ਵੀ ਗੈਸ ਦਾ ਲੈਵਲ ਕੀ ਆ। ਉਹ ਉਹਨੂੰ ਕਹਿਣ ਲੱਗ ਪੈਂਦਾ ਘਰ ਵਾਲਾ ਪਹਿਲਾਂ ਤੇਰਾ ਦਿਮਾਗ ਖਰਾਬ ਹੋਇਆ ਆ ਵੀ ਉਹ ਤਾਂ ਬਿਲਕੁਲ ਐ ਵਧੀਆ ਸਮਾਂ ਕਿ ਅੱਗੇ ਨਾਲੋਂ ਮੈਨੂੰ ਤੇਜ਼ ਲੱਗਣ ਲਈ ਆ ਲਾਈਟ ਜੀ। ਤੇ ਉਹ ਇੱਦਾਂ ਕਰ ਕਰਕੇ ਨਾ ਵੀ ਜੋ ਸਾਹਮਣੇ ਉਹਨੂੰ ਅੱਖਾਂ 'ਚ ਦਿਖ ਰਿਹਾ ਬੀਬੀ ਨੂੰ, ਬਿਲਕੁਲ ਉਹਦੇ ਉੱਤੇ ਵੀ ਉਹ ਦਿਮਾਗ ਦੇ ਵਿੱਚ ਸ਼ੱਕ ਪੈਦਾ ਕਰ ਦਿੰਦਾ ਵੀ ਸ਼ਾਇਦ ਮੈਨੂੰ ਹੀ ਭੁਲੇਖਾ ਪੈ ਗਿਆ ਭਈ ਸ਼ਾਇਦ ਮੈਂ ਹੀ ਗਲਤ ਆ। ਸੋ ਉਹ ਜਿਹੜਾ ਗੈਸ ਲਾਈਟਿੰਗ ਹੈ ਨਾ ਭਾਈ ਭਈ ਇਹ ਜੋ ਭਾਣਾ ਅੱਜ ਵਰਤ ਰਿਹਾ, ਜੋ ਵਰਤਾਰਾ ਅਸੀਂ ਵੇਖ ਰਹੇ ਹਾਂ, ਭਾਵੇਂ ਉਹ ਢੱਡਰੀਆਂ ਵਾਲਾ ਆ, ਭਾਵੇਂ ਖੱਪ ਗਰੇਡ ਆ, ਭਾਵੇਂ ਹੋਰ ਜਿਹੜੀਆਂ ਧਿਰਾਂ ਨੇ, ਬਿਲਕੁਲ ਉਹ ਅਸਲ ਦੇ ਵਿੱਚ ਇਸੇ ਹੀ ਸਾਈਕੋਲੋਜੀਕਲ ਜਿਹੜਾ ਕਨਸੈਪਟ ਹੈ ਨਾ ਇਹਨੂੰ ਐਕਸਪਲੋਇਟ ਕਰਦੀਆਂ ਪਈਆਂ, ਇਹਨੂੰ ਹਥਿਆਰ ਵਜੋਂ ਸਾਡੇ ਉੱਤੇ ਵਰਤ ਰਹੀਆਂ। ਬਿਲਕੁਲ ਜਦੋਂ ਐਦਾਂ ਦੀ ਬਕਵਾਸ ਕੀਤੀ ਜਾਂਦੀ ਆ ਵੀ ਇਹ ਭਾਟੜੇ ਆ, ਇਹ ਮੰਗ ਖਾਣੇ ਆ, ਇਹ ਆ ਉਹ ਅਸਲ ਦੇ ਵਿੱਚ ਗੈਸ ਲਾਈਟਿੰਗ ਜਿਹੜੀ ਆ ਵੀ ਉਹ ਕੀਤੀ ਜਾ ਰਹੀ ਆ ਭਈ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਤਿਕਾਰਤ ਸ਼ਖਸੀਅਤਾਂ ਜਿਹੜੀਆਂ ਆ ਉਹਨਾਂ ਦੇ ਬਾਰੇ ਭਈ ਇਹੋ ਜਿਹੀ ਘਟੀਆ ਸ਼ਬਦਾਵਲੀ ਰਾਹੀਂ ਭਈ ਤੁਹਾਨੂੰ ਜੋ ਅੱਖਾਂ ਦੇ ਸਾਹਮਣੇ ਵੀ ਦਿਖ ਰਿਹਾ ਹੈ ਉਹਦੇ ਬਾਰੇ ਵੀ ਜਿਹੜਾ ਆ ਵੀ ਉਹ ਸ਼ੰਕਾ ਜਿਹੜਾ ਆ ਉਹ ਪੈਦਾ ਕੀਤਾ ਜਾ ਰਿਹਾ ਵੀ ਤਾਂ ਕਿ ਤੁਸੀਂ ਆਪਣੀਆਂ ਅੱਖਾਂ ਤੇ ਵੀ ਜਿਹੜਾ ਆ ਵੀ ਉਹ ਯਕੀਨ ਨਾ ਕਰੋ। ਬਿਲਕੁਲ। ਸੋ ਇਹ ਜਿਹੜਾ ਨਾ ਵੀ ਇਹ ਬਹੁਤ ਖਤਰਨਾਕ ਹਥਿਆਰ ਆ, ਪਰ ਇਹ ਖਤਰਨਾਕ ਉਦੋਂ ਤੱਕ ਹੀ ਆ ਵੀ ਜਦੋਂ ਤੱਕ ਤੁਸੀਂ ਇਹਦੇ ਬਾਰੇ ਅਵੇਸਲੇ ਆ ਜਦੋਂ ਤੱਕ ਤੁਸੀਂ ਇਹ ਲੈ ਰਹੇ ਆ ਵੀ ਜਿਹੜਾ ਬੰਦਾ ਸਾਹਮਣੇ ਬੋਲ ਰਿਹਾ ਹੈ ਵੀ ਇਹ ਵੀ ਘਰ ਵਾਲਾ ਜਿਹੜੀ ਘਰ ਵਾਲੀ ਜਿਹੜੀ ਆ ਵੀ ਉਹ ਇਹ ਕਵੇ ਵੀ ਇਹ ਘਰ ਵਾਲਾ ਆ ਮੇਰਾ, ਇਹ ਥੋੜੀ ਏਦਾਂ ਕਰੂਗਾ। ਪਰ ਜਦੋਂ ਲੱਗਣਾ ਵੀ ਇਹ ਮੇਰਾ ਕਾਤਲ ਆ ਉਦੋਂ ਫਿਰ ਉਹਨੂੰ ਪ੍ਰੋਬਲਮ ਹੋਣੀ, ਉਦੋਂ ਉਹਦਾ ਅਸਲੀ ਚਿਹਰਾ ਜਿਹੜਾ ਆ ਵੀ ਘਿਨਾਉਣਾ ਜਿਹੜਾ ਚਿਹਰਾ ਉਹ ਦੇਖਣ ਲੱਗਾ। ਸੋ ਉਹ ਚੀਜ਼ ਜਿਹੜੀ ਆ ਵੀ ਇਹ ਜ਼ਰੂਰ ਅਸੀਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਬਾਰੇ ਅਵੇਅਰ ਕਰੀਏ ਤੇ ਅਵੇਸਲਾਪਣ ਜਿਹੜਾ ਆ ਵੀ ਉਹ ਦੂਰ ਕਰੀਏ ਤਾਂ ਕਿ ਦੁਸ਼ਮਣ ਜਿਹੜਾ ਆ ਵੀ ਉਹਦੇ ਜਿਹੜੇ ਇਹੋ ਜਿਹੇ ਹੱਥ ਕੰਡੇ ਆ, ਮਤਲਬ ਅਸੀਂ ਇਹ ਨਾ ਸੋਚ ਲਈਏ ਵੀ ਦੁਸ਼ਮਣ ਜਿਹੜਾ ਉਹ ਤਾਂ ਬੇਵਕੂਫੀ ਆ, ਇਹ ਤਾਂ ਸਭ ਮਤਲਬ ਮੂਰਖ ਇਕੱਠੇ ਹੋਏ ਆ। ਭਾਈ ਜਿਹੜੇ ਇਹਨਾਂ ਨੂੰ ਚਲਾਉਣੇ ਵਾਲੇ ਆ ਨਾ, ਜਿਹੜਾ ਅਸਲ ਖਿਡਾਰੀ ਹੁੰਦਾ ਸ਼ਤਰੰਜ ਦਾ ਉਹ ਪਿਆਦੇ ਨਹੀਂ ਹੁੰਦੇ, ਨਾ ਰਾਜਾ ਹੁੰਦਾ ਤੇ ਰਾਣੀ ਹੁੰਦੇ ਵੀ ਜਿਹੜੇ ਉੱਥੇ ਬੈਠੇ ਹੁੰਦੇ ਆ ਬੋਰਡ ਦੇ ਉੱਤੇ। ਅਸਲ ਖਿਡਾਰੀ ਜਿਹੜਾ ਉਹ ਪਿੱਛੇ ਹੁੰਦਾ ਵੀ ਜਿਹੜਾ ਉਹਨਾਂ ਨੂੰ ਚਲਾ ਰਿਹਾ ਹੁੰਦਾ, ਉਹ ਦਿਮਾਗੀ ਆ। ਬਿਲਕੁਲ। ਸੋ ਇਸ ਕਰਕੇ ਵੀ ਅਸੀਂ ਅਸਲ ਖਿਡਾਰੀ ਨੂੰ ਪਛਾਣੀਏ ਤੇ ਜਿਹੜੇ ਪਿਆਦੇ ਨੇ ਤੇ ਜਿਹੜੇ ਆ ਦੂਸਰੇ ਮੋਹਰੇ ਸਾਹਮਣੇ ਬੈਠੇ ਹੋਏ ਨੇ ਵੀ ਇਹਨਾਂ ਨੂੰ ਨਾ ਧਿਆਨ ਦੇਈਏ। ਉਹੀ ਗੱਲ ਇਹੀ ਜੁੜ ਜਾਂਦੀ ਨਾ ਭਾਈ, ਜਿੱਦਾਂ ਤੁਸੀਂ ਕਿਹਾ ਕਿ ਉਹਦਾ ਘਰ ਵਾਲਾ ਸੀਗਾ ਤੇ ਉਹਨੂੰ ਉਹਦੇ ਤੇ ਵਿਸ਼ਵਾਸ ਸੀਗਾ। ਹੁਣ ਇਸੇ ਪਾਸੇ ਆ ਜਾਓ, ਜਿਹੜੇ ਪਿਆਦਿਆਂ ਦੀ ਗੱਲ ਕਰਦੇ ਆ ਤਦੀ ਇਹਨਾਂ ਨੇ ਸਿੱਖੀ ਬਾਣਾ ਪਾਇਆ, ਤਦੀ ਸਿੱਖੀ ਸਰੂਪ ਪਾਇਆ ਹੈ, ਉੱਪਰੋਂ ਗਾਦਰੇ ਪਾਏ ਆ। ਹੁਣ ਢੱਡਰੀਆਂ ਵਾਲੇ ਦੀ ਵੀ ਗੱਲ ਕਰ ਲਈਏ, ਪੂਰਾ ਅਡੰਬਰ ਰਚਿਆ ਹੋਇਆ ਹੈ, ਉਹ ਪੂਰਾ ਸਿੱਖਾਂ ਵਾਲਾ ਅਡੰਬਰ ਰਚਿਆ ਆ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਆ, ਉਦਾਂ ਹੀ ਕੀਰਤਨ ਕਰਦਾ ਆ, ਉਦਾਂ ਹੀ ਛੈਣੇ ਵੱਜਦੇ ਆ, ਉਦਾਂ ਹੀ ਚਿਮਟੇ ਵੱਜਦੇ ਆ। ਮਤਲਬ ਜਿਹੜੀਆਂ ਚੀਜ਼ਾਂ ਦੇ ਉੱਤੇ ਅੱਜ ਅਸੀਂ ਧਿਆਨ ਦੇ ਰਹੇ ਹਾਂ ਇਹਦੀਆਂ ਦੇ ਉੱਤੇ, ਜੇ 16 ਤੋਂ ਪਹਿਲਾਂ
ਵਾਲਾ ਢੱਡਰੀਆਂ ਵਾਲਾ ਹੁੰਦਾ, ਇਹਦੇ 2 ਛਿੱਤਰ ਨਹੀਂ ਮਾਰਦਾ, ਛਿੱਤਰ ਨਹੀਂ ਮਾਰਦਾ ਸੀ। ਪਰ ਇਹਨੇ ਸਾਰਾ ਜਿਹੜਾ ਡਰਾਮਾ ਕੀਤਾ ਜੀ ਵੀ ਮੈਂ ਤੇ ਹੁਣ ਉਹ ਡੇਰਾਵਾਦ ਛੱਡ ਕੇ ਮੈਂ ਤੇ ਐਨ ਵੀ ਗੁਰਮਤ ਨੂੰ ਪਰਣਾਇਆ ਗਿਆ ਆ। ਬਿਲਕੁਲ ਉਹ ਡਰਾਮਾ ਕੀਤਾ ਤਾਂ ਕਰਕੇ ਵੀ ਉਹ ਅੰਦਰ ਬਹਿ ਕੇ ਤੇ ਹਮਲਾ ਕਰ ਸਕੇ, ਔਰ ਉਹ ਹਮਲੇ ਕਰ ਰਿਹਾ। ਬਿਲਕੁਲ ਗੱਲ ਹੋਈ ਹੈ ਨਾ, ਇਹੀ ਜੋ ਗੱਲਾਂ ਇਹ ਅੱਜ ਕਰ ਰਿਹਾ ਆ। ਅੱਜ ਇਹਦੀ ਮੈਂ ਕੱਲ ਕਿ ਸੁਣੀ ਮੈਂ ਇਹਦੀ ਢੱਡਰੀਆਂ ਵਾਲੇ ਦੀ, ਕਾਮਰੇਡਾਂ ਨੂੰ ਆਵਾਜ਼ਾਂ ਮਾਰਨ ਦਿਆ ਆ, ਕਾਮਰੇਡਾਂ ਨੂੰ ਆਵਾਜ਼ਾਂ ਇਸ ਹਿਸਾਬ ਨਾਲ ਮਾਰਨ ਦਿਆ ਕਿ ਜਿਹੜਾ ਸਾਡਾ ਕਾਮਰੇਡ ਲਾਣਾ ਸੀ ਸਿਆਣਾ ਲਾਣਾ, ਮਤਲਬ ਸਿਆਣਾ ਸੀਗਾ, ਸਿਆਣਾ ਤਬਕਾ ਸੀਗਾ, ਉਹਨਾਂ ਨੂੰ ਅਸੀਂ ਬਾਗੀ ਕਰਤਾ, ਉਹਨਾਂ ਨੂੰ ਅਸੀਂ ਮਤਲਬ ਆਪਣੇ ਤੋਂ ਦੂਰ ਕਰਤਾ, ਉਹਨਾਂ ਨੂੰ ਭੱਜਣ ਦਿੱਤਾ ਆਪਣੇ ਤੋਂ, ਠੀਕ ਹੈ। ਤੇ ਇੱਕ ਤਰ੍ਹਾਂ ਨਾਲ ਬੜੇ ਤਰੀਕੇ ਦੇ ਨਾਲ ਉਹਨਾਂ ਨੂੰ ਆਵਾਜ਼ਾਂ ਮਾਰਨ ਦਿਆ ਆ। ਕਹਿਣਾ ਮੈਂ ਇਹ ਚਾਹੁੰਦਾ ਆ ਕਿ ਜੇ ਉੱਥੇ ਢੱਡਰੀਆਂ ਵਾਲਾ ਅੱਜ ਸਰੂਪ ਤਿਆਗ ਦੇਵੇ, ਇਹਦੇ ਕੋਈ 2 ਛਿੱਤਰ ਨਹੀਂ ਮਾਰਦਾ। ਉਹ ਸਰੂਪ ਇਹਨੇ ਤਦੀ ਅਪਣਾਇਆ ਹੋਇਆ ਆ ਜਿਹੜਾ ਭੁਲੇਖਾ ਗੈਸ ਲਾਈਟਿੰਗ ਜਿਹੜੀ ਗੈਸ ਲਾਈਟਿੰਗ ਕਰਨ ਵਾਸਤੇ। ਜੇ ਨਾ ਉਹ ਭੁਲੇਖਾ ਪਾਊਗਾ ਤੇ ਇਹਨੂੰ ਕੋਈ ਉੱਥੇ ਕੋਈ ਨਾ ਸੁਣੂਗਾ ਤੇ ਨਾ ਕੋਈ ਇਹਦੇ ਵੱਲ ਧਿਆਨ ਦੇਊਗਾ। ਜਿੱਦਾਂ ਆਮ ਕਾਮਰੇਡ ਤੁਰੇ ਫਿਰਦੇ ਆ, ਉਦਾਂ ਹੀ ਇਹਦਾ ਵਜੂਦ ਬਣ ਜਾਣਾ ਸੀ। ਮਤਲਬ ਪਹਿਲਾਂ ਵਿਸ਼ਵਾਸ ਦਾ ਰਿਸ਼ਤਾ ਬਣਾਉਣਾ ਆ, ਬਿਲਕੁਲ, ਉਹ ਤੋਂ ਬਾਅਦ ਫਿਰ ਵਿਸ਼ਵਾਸਘਾਤ ਕਰਨਾ। ਬਿਲਕੁਲ, ਆਪਣੇ ਆ ਖੱਪਗਰੇਡਾਂ ਨੂੰ ਵੀ ਦੇਖ ਲਓ, ਇਹਨਾਂ ਨੇ ਹੀ ਪਹਿਲਾਂ ਵਿਸ਼ਵਾਸ ਦਾ ਰਿਸ਼ਤਾ ਬਣਾਇਆ ਕਿ ਅਸੀਂ ਜਿਹਦੀ ਕੌਮ ਦੇ ਬੜੇ ਤਗੜੇ ਖੈਰ ਖਵਾਏ ਆ, ਗੁਰੂ ਸਿਧਾਂਤ ਵਾਸਤੇ ਇਦਾਂ ਅਸੀਂ ਖੜੇ ਆ, ਅਸੀਂ ਡਟੇ ਆ। ਲੇਕਿਨ ਜਦੋਂ ਬੰਦੇ ਵਿਸ਼ਵਾਸ ਕਰ ਗਏ ਤੇ ਜਿਹਦਾ ਵਿਸ਼ਵਾਸਘਾਤ ਕੀਤਾ, ਉਹ ਕਹਾਣੀਆਂ ਸਾਰਿਆਂ ਸਾਹਮਣੇ ਇੱਥੇ ਹੈਗੀਆਂ ਆ। ਤੇ ਉਹ ਵੀ ਉੱਥੋਂ ਵੀ ਇਹਨਾਂ ਦੇ ਦੋਗਲੇਪਨ ਦਾ ਭਾਜੀ ਅੰਦਾਜ਼ਾ ਲਾਣਾ ਔਖਾ ਨਹੀਂ ਹੈਗਾ। ਇਹ ਕਿਹੜੇ ਤਰੀਕੇ ਨਾਲ ਇਹ ਦੋਗਲੀਆਂ ਨੀਤੀਆਂ ਕਰਦੇ ਆ। ਹੁਣ ਉਦਾਹਰਨ ਦੇ ਤੌਰ ਤੇ ਜਿਹੜਾ ਇਹ ਮੰਗ ਖਾਣੇ ਹੈ ਨਾ ਜੀ, ਚਲੋ ਭਾਟੜੇ ਹੋਰ ਹੈ ਨਾ, ਹੋਰ ਜਿਹੜੇ ਤਰੀਕਿਆਂ ਨਾਲ ਇਹ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਹੈਗੀਆਂ ਉਹਨਾਂ ਦੇ ਵਾਸਤੇ ਉਹ ਸ਼ਬਦ ਵਰਤਦੇ ਆ, ਇਹ ਆਪ ਹੈਗੇ ਆ। ਬਿਲਕੁਲ, ਇਹ ਜਿੱਦਾਂ ਦੇ ਦੋਗਲੇ ਮਤਲਬ ਇਹਨਾਂ ਦੇ ਦੋਗਲੇ ਕਿਰਦਾਰ ਜਦੋਂ ਗੱਲ ਕਰਦੇ ਆ, ਜਿੱਦਾਂ ਦੇ ਕਹਿੰਦੇ ਕਿ ਇਹ ਮੰਗ ਖਾਣੇ ਆ ਜੀ, ਇਹ ਭਾਟੜੇ ਹੈਗੇ ਆ, ਲਾਲਚ ਕਰਦੇ ਆ, ਜਾਂ ਇਹਨਾਂ ਨੂੰ ਕਿਸੇ ਤਰੀਕੇ ਦਾ ਧੋਖਾਧੜੀ ਕਰਦੇ ਆ, ਦੂਜਿਆਂ ਨੂੰ ਲੁੱਟ ਕੇ ਆਪਣਾ ਘਰ ਭਰਦੇ ਆ। ਹਾਂਜੀ, ਦੂਜਿਆਂ ਨੂੰ ਲੁੱਟ ਕੇ ਆਪਣਾ ਘਰ ਭਰਦੇ ਹੈਗੇ ਆ, ਇਹ ਧੋਖਾਧੜੀ ਕਰਦੇ ਆ, ਇਹ ਫਰੇਬੀ ਹੈ, ਇਹ ਕਮੀਣੇ ਆ, ਇਹ ਕਮੀਣੀਆਂ ਕਰਦੇ ਆ। ਉਹ ਸਾਰਾ ਕੁਝ ਇਹ ਆਪ ਕਰਦੇ ਸਾਰਾ ਕੁਝ। ਔਰ ਉੱਥੋਂ ਇਹ ਵੀ ਪਤਾ ਲੱਗ ਜਾਂਦਾ ਵੀ ਜਿਹੜੀ ਇੱਕ ਕਹਾਵਤ ਮਸ਼ਹੂਰ ਹੋਈ ਹੈ ਨਾ ਆਪਣੇ ਜੀ, ਵੀ ਜਦੋਂ ਚੋਰ ਜਿਹੜਾ ਆ ਬਿਲਕੁਲ ਵੀ ਚੋਰੀ ਕਰਕੇ ਤੇ ਜਦੋਂ ਅਖੇ ਵੀ ਪੁਲਿਸ ਜਿਹੜੀ ਆ ਜਾਂ ਲੋਕ ਜਦੋਂ ਭੱਜਦੇ ਹੁੰਦੇ ਵੀ ਚੋਰ ਨੂੰ ਫੜਨੇ ਲਈ, ਸਭ ਤੋਂ ਗਾਂਹ ਉਹ ਹੋਇਆ ਹੁੰਦਾ। ਬਿਲਕੁਲ, ਇਹ ਉਹੀ ਹੈ। ਮਤਲਬ ਗੱਲ ਇਹ, ਜਦੋਂ ਤੁਸੀਂ ਅਗਲਿਆਂ ਨੂੰ ਮੰਗ ਖਾਣੇ ਕਹਿੰਦੇ ਆਪ ਤੁਸੀਂ ਪੇਟੀਐਮ ਰਾਹੀਂ 10-10 ਰੁਪਏ ਮੰਗਣਦੇ, ਆਪ ਇੱਥੇ ਬਹਿ ਕੇ ਰੇਡੀਓ ਤੇ ਕਹਿੰਦਾ ਮੈਨੂੰ $25-25 ਹਫ਼ਤੇ ਦੇ ਦਿਓ ਕਿ ਮੈਂ ਏਦਾਂ ਕੌਮ ਵਾਸਤੇ ਖੜਾ ਆ, ਕੌਮ ਵਾਸਤੇ ਮੈਂ ਲੱਗਾ, ਆਪਣੀ ਮਿਹਨਤ ਲਾ ਰਿਹਾ ਆ, ਮੈਂ ਕੌਮ ਵਾਸਤੇ ਡਟਿਆ ਹੋਇਆ ਆ, ਮੈਨੂੰ $25-25 ਦਿਓ, ਮੇਰੇ ਕੋਲ ਬੜੇ ਤਗੜੇ ਪ੍ਰੋਜੈਕਟ ਆ, ਤੁਸੀਂ ਦੇਖਿਓ ਮੈਂ ਬਣਾਉਣਾ ਕੀ ਹੈਗਾ। ਪਰ ਦੱਸਣਾ ਨਹੀਂ, ਮੈਂ ਕੁਝ ਦੱਸਣਾ ਨਹੀਂ, ਪੁੱਛਿਓ ਨਾ $25 ਦੇ ਕੇ ਪੁੱਛਣਾ ਕੁਝ ਨਹੀਂ। ਹਾਂ, ਪੁੱਛਿਓ ਕੁਝ ਨਾ, ਉਹ ਨਾਲ ਹੀ ਕਹਿ ਦਿੰਦਾ ਆ। ਇਹੀ ਗੈਸ ਲਾਈਟਿੰਗ ਇਫੈਕਟ ਹੈ। ਗੈਸ ਲਾਈਟਿੰਗ ਹੈ, ਬਿਲਕੁਲ ਐਕਚੁਅਲ ਦੇ ਵਿੱਚ ਇਹੀ ਗੈਸ ਲਾਈਟਿੰਗ ਇਫੈਕਟ ਹੈ। ਕਹਿ ਵੀ ਰਿਹਾ ਹੈ ਮੈਨੂੰ $25 ਦੇਵੋ, ਲੇਕਿਨ ਮੈਨੂੰ ਪੁੱਛਣ ਦੀ ਜ਼ਰੂਰਤ ਨਾ ਕਰਿਓ ਕਿ ਮੈਂ ਦੇ ਕਿਉਂ ਰਹੀ ਹਾਂ, ਹੈ ਨਾ। ਤੇ ਉਹ ਗੱਲਾਂ ਹੋਈਆਂ ਨਾ ਭਾਜੀ, ਇਹ ਸਾਰੀਆਂ ਇਹਨਾਂ ਦੀਆਂ ਦੋਗਲੀਆਂ ਨੀਤੀਆਂ ਹੈਗੀਆਂ ਜੋ ਇਹ ਆਪ ਆ, ਇਹ ਲੋਕਾਂ ਨੂੰ ਕਹੀ ਜਾਂਦੇ ਆ। ਹੁਣ ਇੱਕ ਪਾਸੇ ਤਾਂ ਆਪ ਫੂਕਰੇ ਜੇ ਸਿੰਗਰਾਂ ਦੇ ਉੱਤੇ, ਫੂਕਰੇ ਜੇ ਗੀਤਾਂ ਦੇ ਉੱਤੇ ਆਪਣੀਆਂ ਵੀਡੀਓ ਬਣਾ ਕੇ ਟਿਕਟੌਕ ਦੇ ਇਦਾਂ ਅੱਤ ਕਰਾਈ ਪਈ ਆ, ਜਿੱਦਾਂ ਨਾ ਇਹ ਪਤਾ ਨਹੀਂ ਕਿੱਦੇ ਦੇ ਮਤਲਬ ਬਹੁਤ ਤਗੜੇ ਇਹਨਾਂ ਦੇ ਇਦਾਂ ਮਹਾਰਾਜੇ ਬਣੇ ਹੋਏ ਆ ਨਾ। ਇਹ ਵਿਚਾਰੇ ਉਹ ਨੇ ਜਿਨ੍ਹਾਂ ਨੂੰ ਮਸ਼ਹੂਰੀ ਤੇ ਬਦਨਾਮੀ ਦਾ ਵੀ ਫਰਕ ਨਹੀਂ ਪਤਾ। ਬਿਲਕੁਲ, ਇਹਨਾਂ ਨੂੰ ਕਿਸੇ ਚੀਜ਼ ਦਾ ਫਰਕ ਨਹੀਂ ਪਤਾ। ਇਹਨਾਂ ਨੂੰ ਬੇਸ਼ਰਮੀ ਦੇ ਵਿੱਚ ਤੇ ਬੇਬਾਕੀ 'ਚ ਫਰਕ ਨਹੀਂ ਪਤਾ, ਮਸ਼ਹੂਰੀ ਤੇ ਬਦਨਾਮੀ 'ਚ ਫਰਕ ਨਹੀਂ ਪਤਾ, ਫੁਕਰਪੁਣੇ ਦੇ ਵਿੱਚ ਤਾਂ ਦਲੇਰੀ ਦੇ ਵਿੱਚ ਫਰਕ ਨਹੀਂ ਪਤਾ। ਜਿਹੜੀ ਫੁਕਰਪੁਣਾ ਉਹਨੂੰ ਦਲੇਰੀ ਦੱਸਦੇ ਆ। ਤੇ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਭਾਜੀ ਉਹੋ ਜਿਹੇ ਸਿੰਗਰਾਂ ਦੇ ਉੱਤੇ, ਦੁੱਕੀ ਦੇ ਸਿੰਗਰਾਂ ਦੇ ਉੱਤੇ ਜਿਹੜੇ ਫੂਕਰੇ ਜਿਹੇ ਗੀਤ ਗਾ ਕੇ ਜਿਹੜਾ ਨਸ਼ਾ ਪ੍ਰਮੋਟ ਕਰਦੇ ਆ, ਦੂਜੀ ਗੱਲ ਜਾਤ ਪਾਤ ਨੂੰ ਇਹ ਆਪ ਪ੍ਰਮੋਟ ਕਰਦੇ ਆ ਤੇ ਕਹਿੰਦੇ ਅਸੀਂ ਗੁਰੂ ਸਿਧਾਂਤ ਤੇ ਖੜੇ ਆ। ਨਸ਼ੇ ਪ੍ਰਮੋਟ ਕਰਨ ਵਾਲੇ ਗੀਤਾਂ ਦੇ ਉੱਤੇ, ਜਾਤ ਪਾਤ ਪ੍ਰਮੋਟ ਕਰਨ ਵਾਲੇ ਗੀਤਾਂ ਦੇ ਉੱਤੇ, ਹਥਿਆਰ ਪ੍ਰਮੋਟ ਕਰਨ ਵਾਲੇ ਗੀਤਾਂ ਦੇ ਉੱਤੇ ਤੁਸੀਂ ਆਪਣੀਆਂ ਫੋਟੋਆਂ ਲਾ ਕੇ ਹੀਰੋ ਬਣਦੇ ਫਿਰਦੇ ਆ। ਤੇ ਦੂਜੇ ਪਾਸੇ ਜਿਹੜਾ ਵੀ ਕੋਈ ਸੰਘਰਸ਼, ਸਿੱਖ ਸੰਘਰਸ਼ ਹੋਇਆ ਆ ਸਾਡੇ ਇਤਿਹਾਸ ਦੇ ਵਿੱਚ, ਉਦੋਂ ਤੁਸੀਂ ਕਹਿੰਦੇ ਆ ਕਿ ਨਹੀਂ ਇਹਨਾਂ ਨੇ ਹਥਿਆਰ ਚੱਕ ਕੇ, ਇਹਨਾਂ ਕਿ ਦੂਰਅੰਦੇਸ਼ੀ ਦੀ ਘਾਟ ਸੀਗੀ, ਇਹਨਾਂ ਨੇ ਹਥਿਆਰ ਚੱਕ ਕੇ ਬਹੁਤ ਗਲਤ ਕੀਤਾ, ਕੌਮ ਮਰਵਾਤੀ। ਫੂਕ ਰਹੇ ਹੋ ਤੁਸੀਂ, ਕੀ ਕਰਨ ਦੇ ਆ ਤੁਸੀਂ? ਗੀਤਾਂ ਨੂੰ ਪ੍ਰਮੋਟ ਕਰਕੇ ਜਿਹੜੀ ਯੰਗ ਜਨਰੇਸ਼ਨ ਆ ਉਹਨਾਂ ਨੂੰ ਉਸ ਵਾਲੇ ਪਾਸੇ ਉਸ ਰਾਹ ਤੇ ਧੱਕ ਨਹੀਂ ਰਹੇ ਤੁਸੀਂ। ਉਹਨਾਂ ਗੀਤਾਂ ਨੂੰ ਪ੍ਰਮੋਟ ਨਹੀਂ ਕਰ ਰਹੇ, ਉਹਨਾਂ ਸ਼ਬਦਾਂ ਨੂੰ ਤੁਸੀਂ ਪ੍ਰਮੋਟ ਨਹੀਂ ਕਰ ਰਹੇ, ਉਹਨਾਂ ਵਰਡਸ ਨੂੰ ਜਿਹੜੇ ਵਿੱਚ ਗੀਤ ਕਿਸੇ ਦਾ ਮਾਰਤਾ, ਕਿਸੇ ਦਾ ਬੰਦਾ ਮਾਰਤਾ, ਕੋਈ ਕਹਿੰਦਾ ਮੈਂ 2 ਪੈਗ ਲਾ ਕੇ ਮੈਂ ਇਹ ਕਰਤਾ, ਮੈਂ ਉਹ ਕਰਤਾ। ਯਾਨੀ ਕਿ ਕਹਿਣ ਦਾ ਭਾਵ ਹੈ ਇਹਨਾਂ ਦੀ ਦੋਗਲੀ ਤੁਸੀਂ ਦੇਖੋ ਤੇ ਭੇਡਾਂ ਦਾ ਹਾਲ ਦੇਖੋ। ਇੱਕ ਪਾਸੇ ਤਾਂ ਇਹ ਆਪ ਸਾਰਾ ਕੁਝ ਉਹ ਕਰ ਰਹੇ ਆ ਤੇ ਫਿਰ ਕਹਿੰਦੇ ਸਾਨੂੰ ਦੁਨੀਆ ਦੀ ਪਰਵਾਹ ਨਹੀਂ ਹੈਗੀ। ਤੇ ਬੇਪਰਵਾਹ ਕਰਦੇ ਵੀ ਆ, ਫਿਰ ਤਕਲੀਫ ਵੀ ਬਹੁਤ ਹੁੰਦੀ ਆ।
ਭਈ ਹੁਣ ਆ ਢੱਡਰੀਆਂ ਵਾਲੇ ਨੇ ਜਿਹੜੀ ਉਹ ਬਕਵਾਸ ਕੀਤੀ ਆ 6 ਜੂਨ ਵਾਲੇ ਪ੍ਰੋਗਰਾਮ। ਹਾਂਜੀ ਬਿਲਕੁਲ ਬਿਲਕੁਲ। ਤੇ ਉਹ ਵੀ ਜਿਹੜਾ ਸਾਰਾ ਹੈਗਾ ਆ ਵੀ ਉਹ ਪੋਸਟਰ ਬਣਾ ਕੇ ਅਗਲੇ ਨੇ ਬਹੁਤ ਵਧੀਆ ਕੰਮ ਕਰ ਦਿੱਤਾ ਵੀ ਜਿਹੜੀਆਂ ਸਟੇਟਮੈਂਟਾਂ ਉਹ ਸਾਰੀਆਂ ਜਿਹੜੀਆਂ ਵੀ ਸਰਕੂਲੇਟ ਕਰ ਦਿੱਤੀਆਂ, ਜਿਹਦੇ ਵਿੱਚੋਂ ਕਹਿੰਦੇ ਵੀ ਇਹਨੇ ਕਿਹਾ ਵੀ ਸ਼ਹੀਦ ਸਿੰਘਾਂ ਕੋਲ ਦੂਰ ਅੰਦੇਸ਼ੀ ਨਹੀਂ ਸੀ। ਹਾਂਜੀ। ਸਿੰਘਾਂ ਨਹੀਂ ਕੌਮ ਮਰਵਾਈ ਆ। ਹਾਂਜੀ। ਭਿੰਡਰਾਂ ਵਾਲੇ ਤੇ ਸਿੰਘਾਂ ਨਹੀਂ ਜਜ਼ਬਾਤੀ ਫੈਸਲੇ ਕੀਤੇ ਜੀ। ਸਿੱਖ ਬੀਬੀਆਂ ਦੀਆਂ ਲੁੱਟੀਆਂ ਇੱਜ਼ਤਾਂ ਦੇ ਦੋਸ਼ੀ ਸ਼ਹੀਦ ਸਿੰਘ ਹਨ ਜੀ। ਵੀ ਦੋਸ਼ੀ ਸਰਕਾਰ ਨਹੀਂ, ਦੋਸ਼ੀ ਸ਼ਹੀਦ ਸਿੰਘ ਹਨ। ਸਿੰਘਾਂ ਨੇ ਅਕਲ ਤੋਂ ਕੰਮ ਨਹੀਂ ਲਿਆ। ਸੋ ਉਹ ਸਾਰਾ ਕੁਝ ਜਿਹੜਾ ਆ ਭਈ ਇਹ ਜਿਹੜੀ ਪੱਛਮ ਦੇ ਇਹ ਇੰਨੇ ਗੀਤ ਗਾਉਂਦਾ ਰਹਿੰਦਾ ਤੇ ਫਿਰ ਉਹਦੇ ਵਿੱਚ ਗੁਰਬਾਣੀ ਦੀ ਪੰਕਤੀ ਵੀ ਕੋਟ ਕਰਦੇ ਆ ਕਿ ਦੱਦਾ ਦੋਸ਼ ਨਾ ਦੇ ਦੂੰ ਆਪਣਾ, ਭਈ ਆਊਟ ਆਫ ਕੰਟੈਕਸਟ ਕਰਕੇ ਤੇ ਉਹਦਾ ਮੀਨਿੰਗ ਜਿਹੜਾ ਬਿਲਕੁਲ ਉਲਟਾ ਕੇ ਜੀ। ਤੇ ਹੁਣ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਭਾਈ ਵੀ ਪੱਛਮ ਦੇ ਵਿੱਚ ਵੀ ਸਭ ਤੋਂ ਘਟੀਆ ਤੇ ਘਿਨਾਉਣੀ ਹਰਕਤ ਜਿਹੜੀ ਆ ਉਹ ਇਹ ਸਮਝੀ ਜਾਂਦੀ ਆ ਵੀ ਜਿਹਨੂੰ ਉਹ ਵਿਕਟਮ ਬਲੇਮਿੰਗ ਕਹਿੰਦੇ ਆ। ਵੀ ਇੱਕ ਵਿਕਟਮ ਨੂੰ ਬਲੇਮ ਕਰਨਾ ਵੀ ਇਹਨੇ ਕੱਪੜੇ ਜਿਹੜੇ ਆ ਵੀ ਉਹ ਗਲਤ ਪਾਏ ਹੋਏ ਸੀਗੇ ਜਾਂ ਇਹਨੇ ਇਸ਼ਾਰਾ ਇੱਦਾਂ ਅੱਖਾਂ ਦੇ ਨਾਲ ਕਰ ਦਿੱਤਾ ਜਾਂ ਐਂ ਕਰ ਦਿੱਤਾ, ਉਹ ਸਾਰਾ ਕੁਝ ਜਿਹੜਾ ਵੀ ਜਾਂ ਇਹ ਜੀ ਵੀ ਉਹਦੇ ਨਾਲ ਬੰਦੇ ਦੇ ਨਾਲ ਉਹਦੇ ਘਰੇ ਕਿਉਂ ਗਈ। ਬਿਲਕੁਲ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹਦੇ ਵਿੱਚ ਸਿੱਧਾ ਕਲੀਅਰ ਕਿਹਾ ਜਾਂਦਾ ਭਈ ਭਾਈ ਭਈ ਜੇ ਮੰਨ ਲਓ ਵੀ ਇਹ ਭਈ ਜਿੱਦਾਂ ਹੁਣ ਇੱਥੇ ਦਾ ਡੇਟਿੰਗ ਵਾਲਾ ਸਿਸਟਮ ਆ ਉਹਦੇ ਵਿੱਚ ਉਹ ਕਹਿੰਦੇ ਵੀ ਜੇ ਕੋਈ ਮੁੰਡਾ ਕੁੜੀ ਘਰੇ ਵੀ ਚਲ ਗਏ ਆ ਇਕੱਠੇ ਜੀ ਤੇ ਉੱਥੇ ਜਾ ਕੇ ਤੇ ਭਾਵੇਂ ਉਹ ਗਾਂਹ ਤੱਕ ਗੱਲ ਚੱਲ ਗਈ ਪਰ ਜਿੱਥੇ ਕੁੜੀ ਨੇ ਨਾ ਕਰ ਦਿੱਤੀ ਆ ਜੇ ਉਹ ਤੋਂ ਬਾਅਦ ਵੀ ਮੁੰਡਾ ਜਿਹੜਾ ਆ ਵੀ ਉਹਦੀ ਨਾਂ ਨੂੰ ਨਾ ਨਹੀਂ ਸਮਝਦਾ ਤੇ ਉਹ ਬਲਾਤਕਾਰੀ ਆ। ਬਿਲਕੁਲ। ਤੇ ਜੇ ਉਹ ਤੋਂ ਬਾਅਦ ਕੋਈ ਇਹ ਦਲੀਲ ਦੇਣੇ ਦੀ ਕੋਸ਼ਿਸ਼ ਕਰੇ ਵੀ ਇਹ ਉਹਦੇ ਨਾਲ ਉਹਦੇ ਘਰੇ ਗਈ ਆ, ਉਹ ਕਹਿੰਦੇ ਇਹ ਦਲੀਲ ਨਹੀਂ, ਇਹ ਵਿਕਟਮ ਬਲੇਮਿੰਗ ਆ। ਜਦੋਂ ਉਹਨੇ ਨਾ ਕਰ ਦਿੱਤੀ ਉਹ ਨਾ ਆ। ਸੋ ਉਹ ਚੀਜ਼ ਜਿਹੜੀ ਆ ਭਾਈ ਵੀ ਇਹਨੂੰ ਢੱਡਰੀਆਂ ਵਾਲੇ ਨੂੰ ਸਮਝਾਓ ਭਈ ਇਹ ਜਿਹੜੀਆਂ ਬੇਵਕੂਫਾਂ ਵਾਲੀਆਂ ਗੱਲਾਂ ਆ ਭਈ ਅਖੇ ਭਈ ਇੱਜ਼ਤਾਂ ਜਿਹੜੀਆਂ ਲੁੱਟੀਆਂ ਗਈਆਂ ਉਹ ਜਿਹਨੇ ਲੁੱਟੀਆਂ ਉਹਨਾਂ ਦਾ ਕਸੂਰ ਨਹੀਂਗਾ। ਅਖੇ ਕਹਿ ਰਹੇ ਸਰਕਾਰ ਦੋਸ਼ੀ ਨਹੀਂ, ਸਰਕਾਰ ਦੋਸ਼ੀ ਨਹੀਂ ਵੀ ਅਖੇ ਸਿੰਘ ਦੋਸ਼ੀ ਨੇ। ਭਈ ਕੋ ਅਕਲ ਦੀ ਦਵਾਈ ਖਾ ਭਈ ਇਹ ਜਿਹੜਾ ਹੈਗਾ ਨਾ ਭਈ ਸਾਰਾ ਜਿਹੜੀ ਇਹ ਡਰਾਮੇ ਜਿਹੜੇ ਵੀ ਕੁਫਰ ਤੋਲੇ ਜਾ ਰਹੇ ਆ ਔਰ ਵਿਕਟਮ ਬਲੇਮਿੰਗ ਕੀਤੀ ਜਾ ਰਹੀ ਹੈ, ਇਹ ਸਾਰੀ ਦੇ ਜਿਹੜੇ ਨਤੀਜੇ ਆ ਵੀ ਭਾਈ ਵੀ ਇਹ ਠੀਕ ਨਹੀਂ ਹੋਣੇ। ਭਈ ਕੱਲ ਨੂੰ ਭਈ ਜਦੋਂ ਵੀ ਤੇਰੀਆਂ ਦਬੀੜਾਂ ਚਕਾਈਆਂ ਅਗਲਿਆਂ ਨੇ ਭੁਪਿੰਦਰ ਸਿੰਘ ਦੀ ਮੌਤ ਤੇ ਕੀ ਕਰਦਾ ਹੈ ਉਦੋਂ ਫਿਰ ਆਪਣੇ ਆਪ ਨੂੰ ਫੇਰ ਇਹ ਵੀ ਤਰਸਯੋਗ ਬਣਾਉਣਾ ਆ ਵੀ ਉਦੋਂ ਕਸੂਰ ਕਿਹਦਾ ਸੀ। ਬਿਲਕੁਲ। ਵੀ ਜਦੋਂ ਆ ਭੁਪਿੰਦਰ ਸਿੰਘ ਦਾ ਹੋਇਆ ਵੀ ਜੇ ਉਹ ਕਸੂਰ ਜਿਹੜਾ ਵੀ ਉਹ ਤੂੰ ਉਹਨਾਂ ਦਾ ਕਹਿਣਾ ਹੈ ਫਿਰ ਉੱਥੇ ਕਸੂਰ ਜਿਹੜਾ ਆ ਵੀ ਉਹ ਦੂਸਰਿਆਂ ਦਾ ਕੱਲ ਹੀ ਕੱਢਣ ਦੇ। ਪਰ ਜਿਹੜੀਆਂ ਇਹੋ ਜਿਹੀਆਂ ਸਟੇਟਮੈਂਟਾਂ ਆ ਨਾ ਉਹ ਤੋਂ ਬਾਅਦ ਜਦੋਂ ਅਗਲੇ ਇਕੱਠੇ ਹੋ ਕੇ ਵੀ ਤੇਰੇ ਦੀਵਾਨ ਨਹੀਂ ਹੋਣ ਦਿੰਦੇ ਜੀ ਤੇ ਫੇਰ ਤੂੰ ਕਹਿੰਦਾ ਆ ਵੀ ਅਖੇ ਜੀ ਵੀ ਬੋਲਣ ਦੀ ਆਜ਼ਾਦੀ ਆ ਸਾਰਿਆਂ ਨੂੰ। ਬਿਲਕੁਲ। ਤੇ ਜੇ ਤੈਨੂੰ ਬੋਲਣ ਦੀ ਆਜ਼ਾਦੀ ਆ ਤੇ ਉਹਨਾਂ ਲੋਕਾਂ ਨੂੰ ਵੀ ਆਜ਼ਾਦੀ ਆ ਵੀ ਜਿਹੜੇ ਕਹਿੰਦੇ ਆ ਵੀ ਨਾ ਭਾਈ ਵੀ ਅਸੀਂ ਨਹੀਂ ਤੈਨੂੰ ਸੁਣਨਾ। ਬਿਲਕੁਲ। ਸੋ ਫਿਰ ਆਪਣਾ ਬਹਿ ਕੇ ਉੱਥੇ ਤੂੰ ਡੇਰੇ ਦੇ ਉੱਤੇ ਜੋ ਮਰਜ਼ੀ ਕਰੀ ਚੱਲ, YouTube ਤੇ ਜੋ ਨਾ ਮਰਜ਼ੀ ਪਾਈ ਚੱਲ ਭਾਈ। ਜਦੋਂ ਤੂੰ ਫਿਰ ਇਨਸਿਸਟ ਕਰੇਗਾ ਵੀ ਪਿੰਡ ਦੇ ਵਿੱਚ ਜਾ ਕੇ ਤੇ ਮੈਂ ਕਰਨਾ ਆ ਫਿਰ ਪਿੰਡ 'ਚ ਤਾਂ ਭਾਈ ਦੋ ਧੜੇ ਤੂੰ ਆਪ ਬਣਾਉਣ ਦੇ ਆ। ਬਿਲਕੁਲ। ਭਈ ਇੱਕ ਧੜਾ ਤੇਰੇ ਹੱਕ ਦੇ ਵਿੱਚ ਤੇ ਇੱਕ ਧੜਾ ਤੇਰੇ ਖਿਲਾਫ ਤੇ ਉਹ ਹੁਣ ਵੀ ਜਿਹੜਾ ਆ ਵੀ ਉਹ ਵੀ ਕਹਿ ਲਓ ਵੀ ਗਿਣੀ ਮਿੱਥੀ ਜਿਹੜੀ ਆ ਵੀ ਉਹ ਚਾਲ ਆ ਵੀ ਕੌਮ ਨੂੰ ਜਿਹੜਾ ਦਫਾੜ ਕਰਨੇ ਦੀ ਔਰ ਇਹ ਹੱਥ ਠੋਕਾ ਬਣਿਆ ਹੋਇਆ ਆ ਦੁਸ਼ਮਣ ਦਾ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਸਾਨੂੰ ਪੈਟਰਨ ਦੇਖਣੇ ਪੈਣੇ ਆ ਵੀ ਇਹ ਪੈਟਰਨ ਜਿਹੜੇ ਨੇ ਵੀ ਇਹ ਕਿਵੇਂ ਲਾਏ ਜਾ ਰਹੇ ਆ ਤੇ ਕਿਵੇਂ ਵਰਤੇ ਜਾ ਰਹੇ ਆ ਕੌਮ ਦਾ ਘਾਣ ਕਰਨੇ ਲਈ। ਬਿਲਕੁਲ ਭਾਜੀ, ਮੈਂ ਦੇਖਿਆ ਨਾ ਇਹਦੀ ਕਲਿੱਪ ਵੀ ਘੁੰਮਦੀ ਸੀਗੀ ਤੇ ਬੜੇ ਤਰੀਕੇ ਦੇ ਨਾਲ ਨਾ ਕਿਉਂਕਿ ਕੁਝ ਦਲੀਲਾਂ ਰੈਲੇਵੈਂਟ ਵੀ ਤਾਂ ਹੋਣੀਆਂ ਚਾਹੀਦੀਆਂ ਨਾ। ਜਿਹੜਾ ਤੁਸੀਂ ਟੌਪਿਕ ਚੱਕਿਆ ਹੈ ਹੁਣ ਚੱਕਿਆ ਇਹਨੇ ਟੌਪਿਕ ਦੂਰਅੰਦੇਸ਼ੀ ਦਾ ਤੇ ਦਲੀਲਾਂ ਉਹਦੇ ਨਾਲ ਤੂੰ ਬਿਲਕੁਲ ਉਹਦੇ ਇਰਰੈਲੇਵੈਂਟ ਤੂੰ ਦਲੀਲਾਂ ਦੇਣ ਦਿਆਂ ਹੈ ਕਿ ਇੱਕ ਦਲੀਲ ਦਿੰਦਾ ਕਿ ਇੱਕ ਤੁਸੀਂ ਪਰਿਵਾਰ ਜਾ ਰਿਹਾ ਆ 30 ਸਾਲ ਦੀ ਬੀਬੀ ਹੈ 10 ਸਾਲ ਦੀ ਕੁੜੀ ਹੈ 5 ਸਾਲ ਦਾ ਮੁੰਡਾ ਆ ਹੁਣ 4-5 ਮੁਸ਼ਟੰਡੇ ਜਾ ਰਹੇ ਆ ਹੁਣ ਮੁਸ਼ਟੰਡਿਆਂ ਨਾਲ ਕਹਿੰਦਾ ਤੁਸੀਂ ਪੰਗਾ ਥੋੜ੍ਹਾ ਨਾ ਲਓਗੇ ਤੇ ਕਿਉਂਕਿ ਤੁਸੀਂ ਦੇਖੋਗੇ ਮੇਰਾ ਟੱਬਰ ਨਾਲ ਆ ਇੱਦਾਂ ਕਰਕੇ ਜੇ ਇਕੱਲੇ ਹੋਣ ਤਾਂ ਤੁਸੀਂ ਪੰਗਾ ਲੈ ਲਓਗੇ। ਗੱਲ ਇਹ ਹੈ ਕਿ ਜਦੋਂ ਤੱਕ ਮੁਸ਼ਟੰਡਿਆਂ ਨੇ ਤੇਰੇ ਸਾਹਮਣੇ ਤੇਰੇ ਪਰਿਵਾਰ ਤੇ ਹੱਥ ਪਾਤਾ ਤੂੰ ਉੱਥੇ ਕੀ ਉਹਨਾਂ ਨੂੰ ਜਾ ਕੇ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰੇਗਾ ਕਿ ਭਾਈ ਨਹੀਂ ਇਦਾਂ ਨਹੀਂ ਕਰਨਾ। ਯਾਨੀ ਕਿ ਇੱਕ ਤਰ੍ਹਾਂ ਨਾਲ ਜਿਹੜੀ ਦੂਰਅੰਦੇਸ਼ੀ ਦੇ ਕਨਸੈਪਟ ਦੇ ਵਿੱਚ ਕੌਮ ਨੂੰ ਨਕਾਰਾ ਬਣਾਉਣ ਦੀ, ਕੌਮ ਨੂੰ ਨਿਕੰਮਾ ਬਣਾਉਣ ਦੀ ਜਿਹੜਾ ਇੱਕ ਬਹਾਦਰੀ ਦਾ ਕਨਸੈਪਟ ਦਿੱਤਾ ਸੀ ਨਾ ਗੁਰੂ ਸਾਹਿਬ ਨੇ, ਹਿੰਮਤ ਦਾ ਹੌਸਲੇ ਦਾ ਕਨਸੈਪਟ ਦਿੱਤਾ ਸੀ, ਉਹਨੂੰ ਕਿਤੇ ਨਾ ਕਿਤੇ ਮਿਲੀਅਮਰੇਟ ਕੀਤਾ ਜਾ ਰਿਹਾ ਹੈਗਾ। ਬਹੁਤ ਵਧੀਆ ਨੁਕਤਾ ਆ ਤੁਸੀਂ ਜਿਹੜਾ ਦਿੱਤਾ ਵੀ ਹੁਣ ਜੇ ਇਹਨੂੰ ਸਮਝਣਾ ਹੋਵੇ ਨਾ ਚੰਗੀ ਤਰ੍ਹਾਂ ਨਾਲ ਜੀ ਤੇ ਮਾੜਾ ਜਿਹਾ ਸੋਚ ਕੇ ਦੇਖੋ ਵੀ ਇਹਦੀ ਸ਼ਬਦਾਵਲੀ ਤੋਂ ਥੋੜਾ ਜਿਹਾ ਗਾਂਹ ਜਾ ਕੇ ਜੀ ਭਈ ਜੇ ਅਗਲਾ ਇਹ ਕਹਿ ਰਿਹਾ ਆ ਵੀ ਇਹ ਵੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਰਹੇ ਆ ਤੇ ਗਾਂਹ ਜਿਹੜੇ ਆ ਵੀ ਮੁਸ਼ਟੰਡੇ ਜਾਂ ਗੁੰਡੇ ਜਾਂ ਕੋਈ ਵੀ ਸ਼ਬਦ ਜਿਹੜਾ ਇਹ ਵਰਤਦਾ ਆ ਬਿਲਕੁਲ ਭਈ ਉਹ ਜਾ ਰਹੇ ਤੁਸੀਂ ਉਹਨਾਂ ਨਾਲ ਪੰਗਾ ਥੋੜੀ ਲਾਉਂਗੇ ਜੀ। ਵੀ ਹੁਣ ਇਹ ਮਾੜਾ ਜਿਹਾ ਸੋਚ ਕੇ ਵੇਖੋ ਭਈ ਤੁਹਾਨੂੰ ਕਿੱਦਾਂ ਪਤਾ ਲੱਗੂਗਾ ਵੀ ਇਹ ਗੁੰਡੇ ਨੇ ਜਾਂ ਮੁਸ਼ਟੰਡੇ ਨੇ। ਬਿਲਕੁਲ। ਤੇ ਉਹਨਾਂ ਦੀਆਂ ਸ਼ਕਲਾਂ ਤੇ ਲਿਖਿਆ ਭਈ ਉਹ ਕੋਈ ਹਰਕਤ ਕਰੂਗੇ ਬਿਲਕੁਲ ਜਿੱਥੋਂ ਪਤਾ ਲੱਗੂਗਾ ਵੀ ਭਾਈ ਵੀ ਇਹ ਕੀ ਨੇ ਜੇ ਉਹ ਹਰਕਤ ਜਿਹੜੀ ਆ ਭਈ ਇਹ ਹੁਣ ਤੁਹਾਨੂੰ ਇਹ ਸਮਝਾ ਰਿਹਾ ਵੀ ਜਿਹੜਾ ਉਹਨਾਂ ਨੇ ਅਤਿਆਚਾਰ ਕਰਨਾ ਆ ਜੀ
ਉਹ ਤੁਸੀਂ ਆਪਣਾ ਪਰਿਵਾਰ ਬਚਾਉਣੇ ਲਈ ਵੀ ਅਤਿਆਚਾਰ ਨੂੰ ਅਣਦੇਖਾ ਕਰ ਦਿਓ, ਦੇਖਾ ਕਰ ਦੋ। ਜਦ ਕਿ ਸਿੱਖ ਦਾ ਜਿਹੜਾ ਆ ਵੀ ਉਹ ਕਨਸੈਪਟ ਸੰਕਲਪ ਇਹ ਆ ਭਈ 1.25 ਲੱਖ ਸੇ ਏਕ ਲੜਾਊ। ਵੀ ਜੇ ਤੂੰ ਕੱਲਾ ਵੀ ਹੈ ਨਾ, ਜੇ ਕਿਤੇ ਤੂੰ ਅਤਿਆਚਾਰ ਹੁੰਦਾ ਵੇਖ ਰਿਹਾ ਤੇ ਖੜੇ ਹੋ ਕੇ ਉਸ ਅਤਿਆਚਾਰ ਦੇ ਖਿਲਾਫ ਆਵਾਜ਼ ਉਠਾਉਣੀ ਜਿਹੜੀ ਆ ਉਹ ਤੇਰਾ ਫਰਜ਼ ਆ ਐਜ਼ ਅ ਸਿੱਖ। ਬਿਲਕੁਲ। ਸੋ ਹੁਣ ਇੱਥੇ ਦੇਖੋ ਵੀ ਇਹ ਤੁਹਾਨੂੰ ਕੀ ਪ੍ਰਚਾਰ ਆ। ਬਿਲਕੁਲ ਭਈ ਉਹ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਕਾਇਰ ਬਣਾ ਰਿਹਾ, ਬਿਲਕੁਲ ਸਹੀ ਗੱਲ ਆ। ਨਹੀਂ ਗੱਲ ਇਹ ਨਾ, ਜਦੋਂ ਤੁਹਾਡੇ ਪਰਿਵਾਰ ਤੇ ਉਹਨੇ ਅਤਿਆਚਾਰ ਕਰਤਾ, ਤੁਹਾਡਾ ਜੀਣਾ ਕੀ ਹੋਇਆ? ਗੁਰੂ ਸਾਹਿਬ ਵੀ ਇਹੀ ਕਹਿੰਦੇ ਸੀ ਸਾਡੇ ਪਰਿਵਾਰ ਤੇ ਨਾ ਵੀ ਕਰੇ। ਨਹੀਂ ਮਤਲਬ ਇਹ ਲੈ ਲਓ ਭਈ ਉਹ ਇਹ ਤੇ ਹੋ ਨਹੀਂ ਸਕਦਾ ਵੀ ਸਿਰਫ ਸਾਡਾ ਪਰਿਵਾਰ ਜਾ ਰਿਹਾ ਤੇ ਉਹ ਮਸਟੰਡੇ ਜਾ ਰਹੇ। ਬਿਲਕੁਲ। ਭਈ ਹੋ ਸਕਦਾ ਭਈ ਆਲੇ ਦੁਆਲੇ ਵੀ ਕਿਸੇ ਹੋਰ ਬਾਰੇ ਉਹ ਕੁਛ ਉਹਨਾਂ ਨੇ ਕੀਤਾ ਹੈ ਜਾਂ ਕਿਹਾ ਆ, ਤੇ ਤੁਸੀਂ ਆਪਣਾ ਪਰਿਵਾਰ ਬਚਾਉਣ ਕਰਕੇ ਵੀ ਦੂਸਰੇ ਦੇ ਪਰ ਜਿਹੜਾ ਪਰਿਵਾਰ ਆ ਵੀ ਉਹਦੀ ਇਹ ਵੀ ਬਲੀ ਦੇ ਕੇ ਤੇ ਗਾਂ ਜਾਓ। ਨਹੀਂ ਗੱਲ ਸਵਾਰਥੀ ਬਣਾ ਰਿਹਾ, ਕਾਰ ਬਣਾ ਰਿਹਾ। ਗੱਲ ਇਹ ਗੁਰੂ ਸਿਧਾਂਤ ਇਹਦੇ ਬਿਲਕੁਲ ਆਪੋਜ਼ਿਟ ਆ। ਗੁਰੂ ਸਾਹਿਬ ਨੇ ਤਾਂ ਸਾਡੇ ਵਿੱਚ ਹਿੰਮਤ ਭਰੀ ਹੈ, ਹੌਸਲਾ ਭਰਿਆ ਆ। ਉਹਦੇ ਵਿੱਚ ਤੇ ਗੁਰੂ ਸਾਹਿਬ ਨੇ ਕਹਿਤਾ ਕਿ ਵੀ ਇਹੋ ਜਿਹੇ ਜੀਣ ਦਾ ਕਰਨਾ ਵੀ ਕੀ ਹੈ? ਤੂੰ 100 ਸਾਲ ਜੀ ਲੈ, ਇਦਾਂ 200 ਸਾਲ ਜੀ ਲੈ, ਕਰਨਾ ਕੀ ਹੈ? ਇਸ ਤੋਂ ਬਿਹਤਰ ਤਾਂ ਤੂੰ 1 ਦਿਨ 2 ਦਿਨ ਥੋੜਾ ਹਿੰਮਤ ਦੇ ਨਾਲ, ਅਣਖ ਦੇ ਨਾਲ ਜੀ ਕੇ ਮਰ ਜਾ। ਈਵਨ ਜਿਹੜੀ ਫੇਰ ਤੋਂ ਇਹਦੇ ਕਹਿ ਲਓ ਵੀ ਇਹਦੀ ਜਿਹੜੇ ਸ਼ਬਦ ਨੇ ਉਹੀ ਵਰਤਦੇ ਆ ਵੀ ਪੱਛਮ ਦੀ ਏਡੀ ਦੁਹਾਈ ਦਿੰਦਾ ਹੁੰਦਾ ਵੀ ਪੱਛਮ ਬਹੁਤ ਸਿਆਣਾ ਆ। ਭਈ ਭਰਾਵਾ ਪੱਛਮ ਦੇ ਵਿੱਚ ਵੀ ਉਹਨਾਂ ਨੇ ਇਹ ਪੂਰੀਆਂ ਐਨ ਕਹਾਵਤਾਂ ਬਣਾਈਆਂ ਆ ਲੋਕਾਂ ਦੇ ਦਿਮਾਗ 'ਚ ਪਾਉਣੇ ਲਈ ਜੀ। ਤੇ ਉਹ ਕਹਿੰਦੇ ਵੀ ਜਦੋਂ ਹਿਟਲਰ ਵਾਲਾ ਆਇਆ ਨਾ ਸਾਰਾ ਇਹ ਵੀ ਇੰਨੇ ਬੰਦੇ ਮਰੇ ਆ, ਤੇ ਉਸ ਵੇਲੇ ਉਹਨਾਂ ਨੇ ਫਿਰ ਇਹ ਕਹਾਵਤ ਬਣਾਈ ਭਈ ਜਿਹਦੇ ਵਿੱਚ ਉਹਨਾਂ ਨੇ ਇਹ ਰੀਅਲਾਈਜ਼ ਕਰਾਇਆ ਲੋਕਾਂ ਨੂੰ ਭਈ ਜ਼ੁਲਮ ਦੇ ਖਿਲਾਫ ਬੋਲਣਾ ਕਿੰਨਾ ਜ਼ਰੂਰੀ ਆ। ਉਹ ਕਹਿੰਦੇ ਵੀ ਪਹਿਲਾਂ ਉਹ ਦੂਸਰਾ ਜਿਹੜਾ ਆ ਹਿਟਲਰ ਨਾਜ਼ੀ ਜਿਹੜੇ ਆ ਵੀ ਉਹ ਲੇਖਕਾਂ ਲਈ ਆਏ, ਤੇ ਮੈਂ ਕਿਹਾ ਵੀ ਮੈਂ ਤੇ ਲੇਖਕ ਹੈ ਨਹੀਂਗਾ, ਤੇ ਉਹ ਲੇਖਕ ਮਾਰ ਦਿੱਤੇ ਅਗਲਿਆਂ ਨੇ ਜੀ। ਫਿਰ ਉਹ ਜੀ ਵੀ ਇਹ ਜਿਹੜੇ ਦੂਸਰੇ ਸੀਗੇ ਇੰਟੈਲੈਕਚੁਅਲ ਜੀ, ਭਈ ਦਿਮਾਗੀ ਕਸਰਤਾਂ ਕਰਨ ਵਾਲੇ ਵੀ ਉਹਨਾਂ ਲਈ ਆਏ ਜੀ। ਮੈਂ ਕਿਹਾ ਵੀ ਮੈਂ ਤਾਂ ਠੀਕ ਠਾਕ ਹੀ ਹਾਂ, ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਉਹ ਵੀ ਮਾਰ ਦਿੱਤੇ। ਫਿਰ ਜਿਹੜੇ ਆਰਟਿਸਟ ਸੀਗੇ ਵੀ ਸਿੰਗਰ ਸੀਗੇ ਵੀ ਉਹਨਾਂ ਲਈ ਆਏ। ਮੈਂ ਕਿਹਾ ਮੈਂ ਤਾਂ ਸਿੰਗਰ ਨਹੀਂ, ਉਹ ਵੀ ਮਾਰ ਦਿੱਤੇ। ਫਿਰ ਜਿਹੜੇ ਸੀਗੇ ਦੂਸਰੇ ਸਿਆਸੀ ਕਾਰਜਕਰਤਾ ਵੀ ਉਹਨਾਂ ਲਈ ਆਏ। ਏਦਾਂ ਉਹਨਾਂ ਨੇ ਨਾ ਪੂਰੀ ਲਿਸਟ ਬਣਾਈ ਆ ਭਈ ਇਹਦੇ ਲਈ ਆਇਆ। ਮੈਂ ਚੁੱਪ ਰਿਹਾ ਵੀ ਵੀ ਠੀਕ ਆ ਵੀ ਮੈਂ ਇਹ ਥੋੜੀ ਆ। ਫਿਰ ਉਹ ਮਾਰਤੇ ਏਦਾਂ ਕਰਕੇ ਸਾਰੀ ਲਿਸਟ ਆਈ। ਕਹਿੰਦੇ ਵੀ ਜਦੋਂ ਮੇਰੇ ਲਈ ਆਏ ਉਹ ਤੇ ਉਸ ਵੇਲੇ ਫਿਰ ਜਦੋਂ ਦੇਖਿਆ ਮੈਂ ਆਲੇ ਦੁਆਲੇ ਤੇ ਮੇਰੇ ਬਿਹਾਫ ਤੇ ਬੋਲਣੇ ਵਾਲਾ ਕੋਈ ਵੀ ਨਹੀਂ ਬਚਿਆ। ਸੋ ਇਸ ਕਰਕੇ ਭਾਈ ਭਈ ਜੋ ਇਹ ਕਹਿ ਰਿਹਾ ਨਾ ਉਹ ਅਸਲ ਦੇ ਵਿੱਚ ਨਾਜ਼ੀਵਾਦ ਜਿਹੜਾ ਆ ਉਹਨੂੰ ਸਰਵ ਕਰ ਰਿਹਾ। ਫਾਸੀਵਾਦ ਤੇ ਨਾਜ਼ੀਵਾਦ ਜਿਹੜਾ ਆ ਉਹ ਉਹਨੂੰ ਸਰਵ ਕਰ ਰਿਹਾ। ਭਈ ਜੇ ਤੁਸੀਂ ਅੱਜ RSS ਦੇ ਗੁੰਡਿਆਂ ਦੇ ਖਿਲਾਫ ਦੇਖਦੇ ਆ ਭਈ ਮੈਂ ਆਵਾਜ਼ ਚੱਕਾਂ, ਤੁਹਾਡੇ ਦਿਮਾਗ 'ਚ ਇਹ ਡਰ ਬਿਠਾਇਆ ਜਾ ਰਿਹਾ ਵੀ ਸਰਕਾਰ ਨੇ ਤੇ ਇਹਨਾਂ ਨੇ ਗੁੰਡਿਆਂ ਨੇ ਵੀ ਤੁਹਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ। ਤੇ ਉਹ ਜਿਹੜਾ ਡਰ ਆ ਉਹਦੇ ਵਿੱਚ ਵੀ ਤੁਹਾਨੂੰ ਚੁੱਪ ਕਰਕੇ ਬੈਠਣ ਦੀ ਜਿਹੜੀ ਆ ਵੀ ਉਹ ਸਿੱਖਿਆ ਦਿੱਤੀ ਜਾ ਰਹੀ ਹੈ। ਬਿਲਕੁਲ ਇਹੀ। ਸੋ ਇਸ ਕਰਕੇ ਬਹੁਤ ਮੁਸਤੈਦ ਹੋ ਕੇ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨੂੰ ਚੈਲੰਜ ਕਰਨੇ ਦੀ ਲੋੜ ਆ ਵੀ ਤਾਂ ਕਿ ਫਿਰ ਅਸੀਂ ਉਸ ਸਿਚੁਏਸ਼ਨ 'ਚ ਨਾ ਪਹੁੰਚ ਜਾਈਏ ਵੀ ਜਿੱਥੇ ਅਸੀਂ ਕਹੀਏ ਵੀ ਹਾਂ ਵੀ ਹੁਣ ਮੈਨੂੰ ਆਏ ਆ ਵੀ ਮਾਰਨੇ ਲਈ ਤੇ ਆਲੇ ਦੁਆਲੇ ਦੇਖੀਏ ਤੇ ਕੋਈ ਬਚਿਆ ਹੀ ਨਾ ਹੋਵੇ ਜਿਹੜਾ ਤੁਹਾਡੇ ਬਿਹਾਫ ਦੇ ਉੱਤੇ ਆਵਾਜ਼ ਚੱਕਣ ਜੋਗਾ। ਬਿਲਕੁਲ ਨਹੀਂ ਬਿਲਕੁਲ ਭਾਜੀ। ਤੇ ਉਹ ਚੀਜ਼ਾਂ ਨੂੰ ਸਾਨੂੰ ਬੜੇ ਡਿਟੇਲ ਦੇ ਵਿੱਚ ਸਮਝਣ ਦੀ ਲੋੜ ਹੈ ਕਿ ਇਹਨਾਂ ਦੇ ਜਿਹੜਾ ਇਹ ਭਾਜੀ ਗੱਲਾਂ ਬੜੇ ਤਰੀਕੇ ਨਾਲ ਘੁਮਾ ਕੇ ਕਰਦੇ, ਉਹਨਾਂ ਦਾ ਪਰਪਸ ਕੀ ਹੈਗਾ, ਉਹਨਾਂ ਦਾ ਟੀਚਾ ਕੀ ਹੈਗਾ ਆ, ਉਹ ਕਿੱਥੇ ਕੌਮ ਨੂੰ ਲੈ ਕੇ ਜਾਣਾ ਚਾਹੁੰਦੇ ਹੈਗੇ ਆ। ਜਦ ਤੱਕ ਉਹ ਚੀਜ਼ਾਂ ਆਪਾਂ ਸਮਝਦੇ ਨਹੀਂ ਨਾ, ਗੱਲ ਉਹੀ ਹੈ ਜਿਹੜਾ ਗੈਸ ਲਾਈਟਿੰਗ ਇਫੈਕਟ ਵਾਲੀ ਹੈ। ਬਾਣੇ ਇਹਨਾਂ ਨੇ ਪਾਏ ਆ, ਅਸੀਂ ਐਜ਼ ਗੁਰੂ ਦੇ ਸਿੱਖ ਇਹਨਾਂ ਤੇ ਵਿਸ਼ਵਾਸ ਕਰ ਲੈਂਦੇ ਹਾਂ ਕਿ ਇਹ ਗੁਰੂ ਦੇ ਪ੍ਰਚਾਰਕ ਆ, ਗੁਰੂ ਦੇ ਸਿਧਾਂਤ ਦੀ ਗੱਲ ਕਰਨ ਵਾਲੇ ਆ, ਲੇਕਿਨ ਅਸਲ ਦੇ ਵਿੱਚ ਇਹ ਭੇੜੀਏ ਨੇ ਜਿਹੜੇ ਕਿ ਗੁਰੂ ਸਿਧਾਂਤ ਦੇ ਉੱਤੇ ਹੀ ਹਮਲਾ ਕਰਦੇ ਨੇ। ਤੇ ਇਹਨਾਂ ਭੇੜੀਆਂ ਨੂੰ ਸਾਨੂੰ ਜਿੰਨਾ ਛੇਤੀ ਅਸੀਂ ਸਮਝ ਜਾਵਾਂਗੇ, ਜਿੰਨਾ ਛੇਤੀ ਪਛਾਣ ਲਾਂਗੇ, ਉਨਾ ਹੀ ਵਧੀਆ ਤਰੀਕੇ ਨਾਲ ਅਸੀਂ ਆਪਣਾ ਨੁਕਸਾਨ ਬਚਾ ਜਾਵਾਂਗੇ। ਆਪਣਾ ਜਿਹੜਾ ਅਸਲ ਵਿਰਸਾ ਹੈ ਅਸੀਂ ਉਹ ਬਚਾ ਜਾਵਾਂਗੇ। ਤੇ ਇਸ ਲਈ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਇਹਨਾਂ ਭੇੜੀਆਂ ਦੇ ਖਿਲਾਫ ਕਿ ਕਿਸ ਤਰ੍ਹਾਂ ਦੇ ਉਹ ਕਨਸੈਪਟ ਲਿਆ ਕੇ ਕੌਮ ਦੇ ਵਿੱਚ ਪਾ ਰਹੇ ਨੇ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਉਹਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਸਾਡਾ ਸਮਾਂ ਲਗਭਗ ਹੋ ਹੀ ਚੁੱਕਾ ਹੈ ਤੇ ਸਾਡੇ ਦੋਹਾਂ ਵੱਲੋਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।